Yes, please. Namaskar, sir. Good morning, sir. Good morning. Good morning, sir. Good morning. Good morning, sir. Good morning, sir. Good morning. Good morning, everyone. Today we will study National Examination paper number 6, Evidence Act. Evidence Act, chapter number 6. Evidence Act, chapter number 6, section 91. Books खोलो जी अपनी. Chapter number 6, section 91 of the exclusion of oral by documentary evidence. ਆਪਾਂ ਐਵੀਡੈਂਸ ਐਕਟ ਪੜ੍ਹ ਰਹੇ ਹਾਂ. ਇਹਦੇ ਵਿੱਚ ਕਿਹਾ ਗਿਆ ਸੈਕਸ਼ਨ 9, ਇਹ ਜਿਹੜਾ ਹੈੱਡ ਹੈਗਾ, ਇਸ ਹੈੱਡ ਦੇ ਵਿੱਚ ਕਿਹਾ ਗਿਆ ਵੀ ਜੇ ਕੋਈ ਓਰਲ ਐਵੀਡੈਂਸ ਹੈਗੀ ਆ, ਓਰਲ ਐਵੀਡੈਂਸ ਨੂੰ ਜੇ ਕੋਈ ਡਾਕੂਮੈਂਟਰੀ ਐਵੀਡੈਂਸ ਆ ਜਾਂਦੀ ਹੈ ਉਸ ਤੋਂ ਬਾਅਦ, ਠੀਕ ਹੈ, ਤਾਂ ਓਰਲ ਐਵੀਡੈਂਸ ਜਿਹੜੀ ਹੈਗੀ ਆ ਉਹ ਐਕਸਕਲੂਡ ਹੋ ਜਾਂਦੀ ਹੈ ਵਿਦ ਦਾ ਐਵੀਡੈਂਸ ਆਫ ਡਾਕੂਮੈਂਟਰੀ ਐਵੀਡੈਂਸ ਆਫ ਟਰਮਸ ਆਫ ਕੰਟਰੈਕਟਸ, ਗ੍ਰਾਂਟਸ ਐਂਡ ਅਦਰ ਡਿਸਪੋਜੀਸ਼ਨ ਆਫ ਦਾ ਪ੍ਰੋਪਰਟੀ ਰਿਡਿਊਸ ਟੂ ਫਾਰਮ ਆਫ ਡਾਕੂਮੈਂਟ. ਇਸ ਸੈਕਸ਼ਨ 'ਚ ਕਿਹਾ ਗਿਆ ਹੈ ਵੀ ਇੱਕ ਕੋਈ ਡਾਕੂਮੈਂਟ ਹੈਗਾ, ਉਹਦੇ ਕੰਡੀਸ਼ਨਸ ਕੀ ਨੇ, ਉਹਦੇ ਗ੍ਰਾਂਟਸ, ਕੰਡੀਸ਼ਨਸ, ਕੰਟੈਕਟ ਕੀ ਕੀਤਾ ਗਿਆ ਪਾਰਟੀਆਂ ਦੇ ਆਪਸ ਦੇ ਵਿੱਚ, ਕੀ ਟਰਮਸ ਕੰਡੀਸ਼ਨਸ ਹੈਗੀਆਂ ਉਸ ਡਾਕੂਮੈਂਟ ਦੇ ਵਿੱਚ ਤੈਅ ਕੀਤੀਆਂ ਗਈਆਂ, ਠੀਕ ਹੈ. ਪਰ ਇਹਦੇ ਵਿੱਚ ਨਾਲ ਕਿਹਾ ਗਿਆ ਵੀ ਜੇ ਡਾਕੂਮੈਂਟ ਨੂੰ ਤੁਸੀਂ ਪ੍ਰੂਵ ਕਰ ਦਿੰਦੇ ਹੋ, ਠੀਕ ਹੈ, ਵੀ ਡਾਕੂਮੈਂਟ ਸਹੀ ਹੈਗਾ, ਅਟੈਸਟ ਕੀਤਾ ਗਿਆ ਪਾਰਟੀਆਂ ਵੱਲੋਂ, ਐਗਜ਼ੀਕਿਊਸ਼ਨ ਕੀ ਹੋਈ ਵੀ ਡਾਕੂਮੈਂਟ ਦੀ, ਤੇ ਪਾਰਟੀਆਂ ਨੇ ਜੇਕਰ ਜ਼ਰੂਰਤ ਹੈ ਲਾਅ ਦੇ ਮੁਤਾਬਕ ਟੈਸਟ ਕੀਤਾ ਹੋਇਆ ਜਾਂ ਨਹੀਂ ਕੀਤਾ ਹੋਇਆ, ਜੇਕਰ ਡਾਕੂਮੈਂਟ ਪ੍ਰੂਵ ਹੋ ਜਾਂਦਾ ਹੈ ਤਾਂ ਡਾਕੂਮੈਂਟ ਦੇ ਜਿਹੜੇ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ, ਠੀਕ ਹੈ, ਦੈਨ ਉਹ ਪ੍ਰੂਵ ਕਰਨ ਦੀ ਲੋੜ ਨਹੀਂ ਹੁੰਦੀ. ਸਿੰਪਲ ਜਿਹਾ ਹੈਗਾ ਇਹਦੇ ਵਿੱਚ, ਇਫ ਡਾਕੂਮੈਂਟ ਹੈਜ਼ ਬੀਨ ਪ੍ਰੂਵਡ ਦੇयर इज नो नीड टू ਪ੍ਰੂਵ ਦਾ ਕੰਟੈਂਟਸ ਆਫ ਦਾ ਡਾਕੂਮੈਂਟ. ਕੋਈ ਟਰਮਸ ਨੇ, ਕੋਈ ਕੰਡੀਸ਼ਨ ਨੇ, ਕੋਈ ਕੰਟੈਕਟ ਕੀਤਾ ਹੈ ਪਾਰਟੀ ਨੇ, ਦੋ ਵਿੱਚ ਪਾਰਟੀ ਨੇ ਆਪਸ ਦੇ ਵਿੱਚ, ਠੀਕ ਹੈ, ਤਾਂ ਉਹ ਟਰਮਸ ਐਂਡ ਕੰਡੀਸ਼ਨ ਨੂੰ ਪ੍ਰੂਵ ਕਰਨ ਦੀ ਜ਼ਰੂਰਤ ਨਹੀਂ. ਜੇਕਰ ਡਾਕੂਮੈਂਟ ਪ੍ਰੂਵ ਹੋ ਗਿਆ ਤਾਂ ਟਰਮਸ ਐਂਡ ਕੰਡੀਸ਼ਨਸ ਉਸ ਡਾਕੂਮੈਂਟ ਦੇ ਜਿਹੜੀਆਂ ਹੈਗੀਆਂ ਨੇ ਉਹ ਐਡਮਿਸਿਬਲ ਮੰਨੇ ਜਾਂਦੀਆਂ. एक एग्जांपल देख लीजिए, A gives B receipt for the money paid by B. A ਰਸੀਦ ਦੇ ਦਿੰਦਾ B ਨੂੰ, ਜੋ ਕੋਈ ਬਣੀ ਉਸਨੇ ਲਈ ਹੁੰਦੀ ਹੈ, ਅਮਾਉਂਟ ਜੋ ਪ੍ਰਾਪਤ ਕੀਤੀ ਹੁੰਦੀ ਹੈ. Oral evidence is offered of the payment, the evidence is admissible. ਜੇ ਕੋਈ oral evidence ਆਉਂਦੀ ਹੈ ਤਾਂ ਉਹਦੇ ਨਾਲ ਜਿਹੜਾ ਰਸੀਦ ਦਿੱਤੀ ਵੀ ਹੈਗੀ ਹੈ, ਇਹ ਰਸੀਦ ਡਾਕੂਮੈਂਟਰੀ ਐਵੀਡੈਂਸ ਹੋ ਗਈ, then documentary evidence is admissible. ਇਹਦੇ ਵਿੱਚ ਹੀ ਸੈਕਸ਼ਨ 92 ਚ ਵੀ ਇਹੀ ਕਿਹਾ ਗਿਆ, ਐਕਸਕਲੂਜਨ ਆਫ ਐਵੀਡੈਂਸ ਆਫ ਦਾ ਓਰਲ ਐਗਰੀਮੈਂਟ. ਐਕਸਕਲੂਜਨ ਆਫ ਐਵੀਡੈਂਸ ਆਫ ਦਾ ਓਰਲ ਐਗਰੀਮੈਂਟ. ਇਫ ਰਿਟਨ ਐਗਰੀਮੈਂਟ ਪ੍ਰੂਵਡ, no need to prove the oral agreement. ਜੇ ਕੋਈ ਐਗਰੀਮੈਂਟ ਹੋਇਆ ਪਾਰਟੀਆਂ ਦੇ ਵਿਚਕਾਰ, ਐਗਰੀਮੈਂਟ ਰਿਟਨ ਹੋਇਆ, ਰਿਟਨ ਦੇ ਨਾਲ ਹੀ ਕੋਈ ਪਾਰਟੀ ਕਹਿੰਦੇ ਵੀ ਜਵਾਨੀ ਆਪਣੀ ਗੱਲ ਇਹ ਵੀ ਹੋਈ ਸੀਗੀ, ਠੀਕ ਹੈ, ਤਾਂ ਇਹਦੇ ਵਿੱਚ ਕਿਹਾ ਗਿਆ ਐਕਸਕਲੂਜਨ ਆਫ ਐਵੀਡੈਂਸ ਆਫ ਦਾ ਓਰਲ ਐਗਰੀਮੈਂਟ. ਰਿਟਨ ਐਗਰੀਮੈਂਟ ਜੇ ਆ ਗਿਆ ਤਾਂ ਜਿਹੜਾ ਓਰਲ ਐਗਰੀਮੈਂਟ ਹੈਗਾ ਉਹ ਐਕਸਕਲੂਡ ਹੋ ਜਾਂਦਾ ਹੈ, ਉਹਦੀ ਫਿਰ ਕੋਈ ਵੈਲਿਊ ਨਹੀਂ ਹੁੰਦੀ. ਇਹ ਕੁਝ ਪ੍ਰੋਵੀਜ਼ਨ ਦਿਖਾਈਆਂ ਗਈਆਂ ਨੇ ਇਹਦੇ ਵਿੱਚ, ਇਹ ਦੇਖ ਲੈਣਾ. ਐਨੀ ਫੈਕਟ ਮੇਨ ਇਹਦਾ ਜਿਹੜਾ ਸੈਕਸ਼ਨ ਹੈਗਾ ਇਹੀ ਹੈ. ਜਿਵੇਂ ਕਿ ਇੱਕ ਐਗਜ਼ਾਮਪਲ ਦੇਖ ਲਓ, A agrees absolutely in writing to pay B rupees 1000 on the 1st March 1873. ਇਹ ਐਗਰੀ ਕਰਦਾ ਹੈ ਰਾਈਟਿੰਗ ਦੇ ਵਿੱਚ B ਨੂੰ 1000 ਰੁਪਏ ਦੇਣ ਦੀ 1873 ਦੇ ਵਿੱਚ 1 ਮਾਰਚ ਨੂੰ. the fact that at the same time ਉਸੇ ਸਮੇਂ ਇੱਕ oral agreement ਕੀਤਾ ਜਾਂਦਾ ਹੈ, and oral agreement was made that the money should not be paid till the 31st March. ਵੀ ਨਾਲ ਹੀ ਇੱਕ oral agreement ਹੋ ਜਾਂਦਾ ਵੀ 31 ਮਾਰਚ ਤੋਂ ਪਹਿਲਾਂ ਇਹ ਐਗਰੀਮੈਂਟ ਜਿਹੜੀ ਪੇਮੈਂਟ ਹੈ ਨਹੀਂ ਦਿੱਤੀ ਜਾਏਗੀ. ਪਰ ਕੈਨ ਨਾਟ ਬੀ ਪ੍ਰੂਵਡ, ਕਿਉਂਕਿ ਰਿਟਰਨ ਦੇ ਵਿੱਚ ਜਦੋਂ ਆ ਗਿਆ ਵੀ 1 ਮਾਰਚ ਨੂੰ ਪੇਮੈਂਟ ਦੇਣੀ ਹੈ,
ठीक है। ਤੇ ਨਾਲ ਹੀ ਕੋਈ ਓਰਲ ਐਗਰੀਮੈਂਟ ਹੋ ਗਿਆ, ਉਸੇ ਵੇਲੇ ਜਵਾਨੀ ਪਾਰਟੀਆਂ ਨੇ ਗੱਲ ਕਰ ਦਿੱਤੀ। ਰਿਟਨ ਐਗਰੀਮੈਂਟ ਕਰਨ ਤੋਂ ਬਾਅਦ ਪਾਰਟੀਆਂ ਨੇ ਆਪਸ 'ਚ ਜਵਾਨੀ ਗੱਲ ਕਰ ਰਹੀ ਵੀ ਜਿਹੜੀ ਪੇਮੈਂਟ ਹੈ 31 ਮਾਰਚ ਤੱਕ ਦਿੱਤੀ ਜਾਏਗੀ। ਦਿਸ ਇਜ਼ ਨਾਟ ਐਡਮਿਸਿਬਲ, ਕੈਨ ਨਾਟ ਬੀ ਪ੍ਰੂਵਡ। ਮਤਲਬ ਕਹਿਣ ਦਾ ਗੱਲ ਇਹ ਹੈਗੀ, ਸਿੰਪਲ ਜੀ ਗੱਲ ਹੈ ਵੀ ਜੇ ਤੁਸੀਂ ਰਿਟਨ ਐਗਰੀਮੈਂਟ ਕੋਈ ਕਰ ਲਿਆ, ਰਿਟਨ ਡਾਕੂਮੈਂਟ ਬਣਾ ਲਿਆ, ਤੇ ਫਿਰ ਜਵਾਨੀ ਤੁਸੀਂ ਜੋ ਮਰਜ਼ੀ ਗੱਲਾਂ ਕਰੀ ਜਾਓ, ਉਹਦੀ ਕੋਈ ਵੈਲਿਊ ਨਹੀਂ ਹੈਗੀ ਹੈ। ਜੇ ਤੁਸੀਂ ਰਿਟਨ ਐਗਰੀਮੈਂਟ ਕਰ ਲਿਆ ਵੀ ਜਿਹੜੀ ਕਿਸੇ ਜ਼ਮੀਨ ਦੀ ਐਗਰੀਮੈਂਟ ਕਰ ਲਿਆ, ਸੌਦਾ ਕਰ ਲਿਆ ਵੀ ਜਿਹੜੀ ਰਜਿਸਟਰੀ ਹੈਗੀ ਹੈ ਉਹ 30 ਜੂਨ ਤੱਕ ਹੋਣੀ ਹੈ, ਤੇ ਫਿਰ ਬਾਅਦ ਦੇ ਵਿੱਚ ਤੁਸੀਂ ਜਵਾਨੀ ਗੱਲ ਕਰ ਲੈਣੇ ਹੋ, ਪਾਰਟੀਆਂ ਬੈਠ ਕੇ ਆਪਸ ਦੇ ਵਿੱਚ ਜਿਹੜੀ ਰਜਿਸਟਰੀ ਹੈਗੀ 10 ਜੁਲਾਈ ਤੱਕ ਹੋਏਗੀ। ਠੀਕ ਹੈ, ਉਹ 10 ਜੁਲਾਈ ਦੀ ਕੋਈ ਵੈਲਿਊ ਨਹੀਂ ਹੈਗੀ। ਓਰਲ ਐਗਰੀਮੈਂਟ ਹੈ ਜਿਹੜਾ, ਉਹਦੀ ਕੋਈ ਵੈਲਿਊ ਨਹੀਂ ਹੈਗੀ। ਰਿਟਨ ਐਗਰੀਮੈਂਟ ਜਿਹੜਾ ਹੈਗਾ ਇਹ ਪ੍ਰਵੇਲ ਕਰਦਾ ਹੈ। Exclusion of evidence to explain or amend ambiguous document। ਜੇ ਕਿਤੇ ਕੋਈ ਡਾਕੂਮੈਂਟ ਐਂਬੀਗਸ ਹੈਗਾ, ਕੋਈ ਸਪਸ਼ਟ ਉਹਦੀ ਜਿਹੜੀ ਲੈਂਗੁਏਜ ਹੈ ਸਹੀ ਨਹੀਂ ਹੈਗੀ, when the language used in a document is on its face ambiguous or defective evidence, ਕੋਈ ਕਟਿੰਗ ਵਟਿੰਗ ਹੋਈ ਵੀ ਹੈ, may not be given of the facts which would show its meaning or supply defects। ਇੱਕ ਐਗਜ਼ਾਮਪਲ ਦੇਖ ਲੈਂਦੇ ਹਾਂ। A agrees in writing to sell a horse to B for ₹1000। ਇਹ ਐਗਰੀਮੈਂਟ ਕਰਦਾ ਹੈ B ਨੂੰ ਇੱਕ ਘੋੜਾ ਵੇਚਣ ਦੇ ਲਈ 1000 ਰੁਪਏ ਦਾ ਔਰ ₹1500, 1000 ਔਰ 1500। ਦੇਖੋ ਇਹ ਐਂਬੀਗਸ ਹੋ ਗਿਆ, ਇਹ ਹੁਣ 1000 ਰੁਪਏ ਦੇਗਾ ਜਾਂ 1500 ਦੇਗਾ, ਐਂਬੀਗਸ ਹੋ ਗਿਆ। ਮਤਲਬ ਜਿਹੜੀ ਇਹ ਐਵੀਡੈਂਸ ਕੈਨ ਨਾਟ ਬੀ ਗਿਵਨ ਟੂ ਸ਼ੋ ਵਿਚ ਪ੍ਰਾਈਸ ਵਾਸ ਟੂ ਬੀ ਗਿਵਨ। ਇਹ ਜਿਹੜੀ ਐਵੀਡੈਂਸ ਹੈ ਇਹ ਐਂਬੀਗਸ ਡਾਕੂਮੈਂਟ ਹੋ ਗਿਆ। ਸੌਦਾ ਕਿੰਨੇ ਦਾ ਹੋਇਆ, 1000 ਦਾ ਹੋਇਆ ਜਾਂ 1500 ਦਾ ਹੋਇਆ ਜਾਂ 1200 ਦਾ ਹੋਇਆ। ਇਹ ਮਤਲਬ ਕਿ ਇਸ ਕਰਕੇ ਜਿਹੜਾ ਇਹ ਡਾਕੂਮੈਂਟ ਹੈ ਮਤਲਬ ਐਵੀਡੈਂਸ ਦੇ ਵਿੱਚ ਯੂਟਿਲਾਈਜ਼ ਨਹੀਂ ਕੀਤਾ ਜਾ ਸਕਦਾ। Exclusion of evidence against application of the document to existing facts। ਇਹਦੇ ਵਿੱਚ ਕੀ ਕਿਹਾ ਗਿਆ, ਕੋਈ ਇਦਾਂ ਦੀ ਐਵੀਡੈਂਸ ਜਿਹਦੇ ਵਿੱਚ ਪਹਿਲਾਂ ਤਾਂ ਵਿਅਕਤੀ ਝੂਠ ਬੋਲ ਦੇਵੇ ਐਗਰੀਮੈਂਟ ਕਰਨ ਵਾਲਾ, ਠੀਕ ਹੈ, ਬਾਅਦ ਦੇ ਵਿੱਚ ਉਹ ਸੱਚਾਈ ਹੋ ਜਾਵੇ, ਫਿਰ ਉਹ ਕਹਿ ਦੇਵੇ ਨਹੀਂ ਜੀ ਮੈਂ ਤਾਂ ਜਿਹੜਾ ਐਗਰੀਮੈਂਟ ਕੀਤਾ ਸੀ ਉਦੋਂ ਤਾਂ ਮੈਂ ਮਾਲਕ ਨਹੀਂ ਸੀ ਪ੍ਰਾਪਰਟੀ ਦਾ। ਜਿਵੇਂ A ਤੇ B ਆਪਸ 'ਚ ਕੋਈ ਐਗਰੀਮੈਂਟ ਕਰਦੇ ਆ, ਠੀਕ ਹੈ, ਇਹ ਕੋਈ ਪ੍ਰਾਪਰਟੀ ਸੈਲ ਕਰਨ ਦੇ ਲਈ ਐਗਰੀਮੈਂਟ ਕਰਦਾ B ਨੂੰ, ਬਟ ਜਿਹੜਾ A ਹੈ ਉਸ ਵੇਲੇ ਮਾਲਕ ਨਹੀਂ ਸੀ ਪ੍ਰਾਪਰਟੀ ਦਾ, ਝੂਠ ਬੋਲ ਕੇ ਉਹ ਐਗਰੀਮੈਂਟ ਕਰ ਲੈਂਦਾ B ਦੇ ਨਾਲ। ਬਾਅਦ ਦੇ ਵਿੱਚ ਇਨਹੈਰੀਟੈਂਸ 'ਚ ਉਹ ਪ੍ਰਾਪਰਟੀ ਹੈ A ਨੂੰ ਆ ਜਾਂਦੀ ਹੈ, ਜਿਸ ਦਾ ਉਹ ਸੌਦਾ ਕੀਤਾ ਹੁੰਦਾ B ਦੇ ਨਾਲ। ਦੈਨ A ਆ ਕੇ ਇਸ ਸਟੇਜ ਤੇ ਬਾਅਦ 'ਚ ਗੱਲ ਕਰੇ ਵੀ ਮੈਂ ਜਦੋਂ ਐਗਰੀਮੈਂਟ ਕੀਤਾ ਸੀ ਆਈ ਵਾਜ਼ ਨਾਟ ਦਾ ਓਨਰ ਆਫ ਦਾ ਲੈਂਡ, ਮੈਂ ਤਾਂ ਬਾਅਦ ਵਿੱਚ ਮਾਲਕ ਬਣਿਆ। ਦੈਨ ਇਹ ਜਿਹੜੀ ਉਹਦੀ ਜਿਹੜੀ ਹੈਗੀ ਹੈ ਐਡਮਿਸਿਬਲ ਨਹੀਂ ਹੋਏਗੀ। ਇਹਦੀ ਸਟੇਟਮੈਂਟ ਹੈਗੀ ਹੈ ਐਕਸਕਲੂਜਨ ਆਫ ਐਵੀਡੈਂਸ ਅਗੇਂਸਟ ਐਪਲੀਕੇਸ਼ਨ। ਜਦੋਂ ਉਹ ਉਹਦੇ ਖਿਲਾਫ ਹੀ ਜਾਂਦੀ ਹੋਵੇ ਐਪਲੀਕੇਸ਼ਨ, ਜਿਹੜੀ ਸਟੇਟਮੈਂਟ ਹੈ ਉਹਦੇ ਖਿਲਾਫ ਹੀ ਜਾਂਦੀ ਹੋਵੇ, ਵਿਅਕਤੀ ਦੇ ਖਿਲਾਫ ਜਾਂਦੀ ਹੋਵੇ। ਪਹਿਲਾਂ ਉਹਨੇ ਐਡਮਿਟ ਕਰ ਲਿਆ ਵੀ ਮੈਂ ਮਾਲਕ ਹਾਂ, ਠੀਕ ਹੈ, ਐਗਰੀਮੈਂਟ ਕਰ ਲਿਆ, ਬਾਅਦ ਦੇ ਵਿੱਚ ਉਹ ਕਹਿੰਦਾ ਵੀ ਮੈਂ ਮਾਲਕ ਉਸ ਵੇਲੇ ਨਹੀਂ ਸੀ ਜਦੋਂ ਮੈਂ ਐਗਰੀਮੈਂਟ ਕੀਤਾ ਸੀਗਾ, ਠੀਕ ਹੈ। ਇੱਦਾਂ ਦੀ ਜਿਹੜੀ ਐਵੀਡੈਂਸ ਹੈਗੀ ਜੋ ਉਹ ਪੇਸ਼ ਕਰੇਗਾ ਵੀ ਆਪਦੀ ਓਨਰਸ਼ਿਪ ਸਾਬਤ ਕਰੇਗਾ ਵੀ ਮੈਂ ਮਤਲਬ ਕਿ ਜਿਹੜਾ ਸੌਦਾ ਕੀਤਾ ਸੀ 1 ਜਨਵਰੀ ਨੂੰ ਕੀਤਾ ਸੀਗਾ, ਮੈਂ ਤਾਂ ਮਾਲਕ 31 ਮਾਰਚ ਨੂੰ ਬਣਿਆ, ਠੀਕ ਹੈ। ਤਾਂ ਜਿਹੜੀ ਇਹ ਐਵੀਡੈਂਸ ਜੇ ਉਹ ਦੇਗਾ ਤਾਂ ਇਹ ਐਕਸਕਲੂਡ ਹੋਏਗੀ, ਇਹ ਮੰਨਣਯੋਗ ਨਹੀਂ ਹੋਏਗੀ, ਐਡਮਿਸਿਬਲ ਨਹੀਂ ਹੋਏਗੀ। ਐਗਜ਼ਾਮਪਲ ਹੈਗੀ ਇਹਦੇ ਵਿੱਚ ਦਿੱਤੀ ਵੀ A sells to B by deed my estate at Rampur containing 100 ਵਿਗਾ। A has an estate at Rampur containing 100 ਵਿਗਾ। ਉਹ ਕਹਿੰਦਾ ਮੇਰੀ 100 ਵਿਗਾ ਜ਼ਮੀਨ ਹੈਗੀ ਹੈ ਰਾਮਪੁਰ ਦੇ ਵਿੱਚ, B ਨੂੰ ਸੈਲ ਕਰਨ ਦੇ ਲਈ ਡੀਡ ਲਿਖ ਦਿੰਦਾ ਹੈ, ਐਗਰੀਮੈਂਟ ਕਰ ਲੈਂਦਾ ਹੈ, ਠੀਕ ਹੈ। ਐਵੀਡੈਂਸ may not be given of the fact that the estate meant to be sold was once situated at different place and of a different size। ਜੇ ਬਾਅਦ ਵਿੱਚ ਉਹ ਕਹਿੰਦਾ ਹੈ ਵੀ ਜਿਹੜੀ ਮੇਰੀ ਪ੍ਰਾਪਰਟੀ ਹੈ ਤਾਂ ਕਿਤੇ ਹੋਰ ਹੈਗੀ ਹੈ, ਇਹ ਹੈ ਐਨ estate at ਰਾਮਪੁਰ, ਉਹਦੀ 100 ਵਿਗਾ ਜ਼ਮੀਨ ਰਾਮਪੁਰ ਦੇ ਵਿੱਚ ਵੀ ਹੈਗੀ ਹੈ, ਪਰ ਬਾਅਦ ਵਿੱਚ ਜੇ ਉਹ ਝੂਠ ਬੋਲਦਾ ਕਹਿੰਦਾ ਮੇਰੀ ਤਾਂ ਪ੍ਰਾਪਰਟੀ 100 ਵਿਗੇ ਦਾ ਮੈਂ ਕਿਸੇ ਹੋਰ ਪ੍ਰਾਪਰਟੀ ਦਾ ਤੁਹਾਡੇ ਨਾਲ ਐਗਰੀਮੈਂਟ ਕੀਤਾ ਸੀਗਾ, ਦੈਨ ਇਟ ਇਜ਼ ਨਾਟ ਐਡਮਿਸਿਬਲ। ਇਹ ਜਿਹੜੀ ਉਹਦੀ ਸਟੇਟਮੈਂਟ ਹੈ ਜੇ ਉਹ ਸਾਬਤ ਕਰਦਾ ਵੀ ਇਹ ਕਿਸੇ ਹੋਰ ਪ੍ਰਾਪਰਟੀ ਦੀ ਕੋਈ ਫਰਦ ਲੈ ਕੇ ਖਾਂਦਾ ਹੈਗਾ, ਸਾਬਤ ਕਰਦਾ ਮੈਂ ਤਾਂ ਉਸ ਜ਼ਮੀਨ ਦਾ ਮਾਲਕ ਹਾਂ, ਮੈਂ ਤਾਂ ਉਸ ਜ਼ਮੀਨ ਦਾ ਸੌਦਾ ਕੀਤਾ ਸੀ, ਉਹ ਜਿਹੜੀ ਹੈਗੀ ਹੈ ਉਹਦੀ ਜਿਹੜੀ ਸਟੇਟਮੈਂਟ ਹੈ ਐਕਸਕਲੂਡ ਕੀਤੀ ਜਾਵੇਗੀ, ਮੰਨਣਯੋਗ ਨਹੀਂ ਹੋਏਗੀ। 95 'ਚ ਕੀ ਕਿਹਾ ਗਿਆ, ਐਵੀਡੈਂਸ ਐਜ਼ ਟੂ ਦਾ ਡਾਕੂਮੈਂਟ ਅਨਮੀਨਿੰਗ। ਕੋਈ ਡਾਕੂਮੈਂਟ ਇੰਦਾ ਹੁੰਦਾ ਹੈ ਉਹਦਾ ਕੋਈ ਮੀਨਿੰਗ ਹੀ ਨਹੀਂ ਨਿਕਲਦਾ ਇਨ ਰੈਫਰੈਂਸ ਟੂ ਐਗਜ਼ਿਸਟਿੰਗ ਫੈਕਟਸ, ਤਾਂ ਉਹ ਵੀ ਜਿਹੜਾ ਹੈਗਾ ਐਵੀਡੈਂਸ ਇਦਾਂ ਦਾ ਜਿਹੜੀ ਹੈਗੀ ਹੈ ਮੰਨਣਯੋਗ ਨਹੀਂ ਹੁੰਦੀ। ਇਟ ਸੈਲਸ ਟੂ B ਬਾਈ ਡੀਡ ਮਾਈ ਹਾਊਸ ਇਨ ਕਲਕੱਤਾ, ਹਾਊਸ ਇਨ ਕਲਕੱਤਾ। ਇਹ ਸੈਲ ਕਰਦਾ ਹੈ
ਬੀ ਦੇ ਵਿੱਚ ਐਗਰੀਮੈਂਟ ਕਰਦਾ ਰੀਡ ਕਰਦਾ ਹੈ ਵੀ ਮੇਰਾ ਹਾਊਸ ਹੈ ਕਲਕੱਤਾ ਦੇ ਵਿੱਚ ਹੈਗਾ, ਉਹ ਮੈਂ ਵੇਚ ਰਿਹਾ। he had no house in Calcutta but it appears that he had a house at Howrah, ਉਹਦਾ ਜਿਹੜਾ ਹਾਊਸ ਹੈਗਾ ਹੌਰਾ ਦੇ ਵਿੱਚ ਹੈਗਾ, of which B had been in possession, B ਦਾ ਹੀ ਉੱਥੇ ਕਬਜ਼ਾ ਹੈਗਾ। since the execution of the deed, these facts may be proved to show that the deed related to the house at Howrah, ਫਿਰ ਇੱਥੇ evidence ਪੇਸ਼ ਕੀਤੀ ਜਾਵੇਗੀ ਵੀ ਜਿਹੜਾ ਇਹ ਸੌਦਾ ਕੀਤਾ ਸੀ, ਐਗਰੀਮੈਂਟ ਕੀਤਾ ਸੀ, ਇਹ ਹੌਰਾ ਦੀ ਪ੍ਰਾਪਰਟੀ ਦਾ ਕੀਤਾ ਸੀਗਾ। एविडेंस 96 ਦੇ ਵਿੱਚ ਕੀ ਹੈਗਾ? एविडेंस as to application of the language which can apply to one only of the several persons when the facts are such that the language used might have been meant to apply to anyone and could not have been meant to apply to more than one of several persons or the things. Evidence may be given of the facts which show which of those persons or things to was intended to apply। ਜੇ ਕੋਈ ਇਦਾਂ ਦੀ ਐਗਰੀਮੈਂਟ ਆਂਦਾ ਹੈ ਵੀ ਉਹ ਇੱਕ ਪਰਸਨ ਦੇ ਨਾਲ ਹੋਇਆ ਜਾਂ ਦੋ ਪਰਸਨ ਦੇ ਨਾਲ ਹੋਇਆ, ਚਾਰ ਪਰਸਨ ਦੇ ਨਾਲ ਜਾਂ ਚਾਰ ਥਿੰਗਸ ਦੇ ਨਾਲ ਹੋਇਆ ਜਾਂ ਇੱਕ ਥਿੰਗਸ ਦੇ ਨਾਲ ਐਗਰੀਮੈਂਟ ਕੀਤਾ ਗਿਆ, then there is a need to give the evidence। ਐਗਜ਼ਾਮਪਲ ਕੀ ਹੈ? A agrees to sell to B for ₹1000 my white house, ਆਪਣੇ ਵਾਈਟ ਹਾਊਸ ਦਾ ਕੋਈ ਐਗਰੀਮੈਂਟ ਕਰਦਾ ਹੈ A B ਦੇ ਨਾਲ 1000 ਰੁਪਏ ਦੇ ਵਿੱਚ। A has two white houses, ਉਹਦੇ ਦੋ white houses ਹੈਗੇ ਆ। Evidence may be given of the facts which show which of them was meant। ਇੱਥੇ ਫਿਰ evidence ਦੇਣੀ ਪਏਗੀ ਕਿਹੜੇ ਹਾਊਸ ਦੀ ਗੱਲ ਕੀਤੀ ਹੈ, ਕਿਹੜੇ ਹਾਊਸ ਦਾ ਸੌਦਾ ਕੀਤਾ ਗਿਆ ਸੀਗਾ। Evidence ਨਾਲ ਪ੍ਰੂਵ ਹੋਏਗਾ। 97 ਚ ਕੀ ਹੈਗਾ? Evidence as to the application of the language to one of two sets of the facts to neither of which the whole correctly applies। ਦੋ ਸੈੱਟ ਹੈਗੇ ਆ, ਕਿਹੜੇ ਉੱਪਰ ਐਪਲੀਕੇਬਲ ਹੁੰਦਾ ਹੈ? ਜੇ ਪਾਰਟੀਆਂ ਨੇ ਕੋਈ ਐਗਰੀਮੈਂਟ ਕੀਤਾ, ਕਿਹੜੇ ਸੈੱਟ ਦਾ ਐਗਰੀਮੈਂਟ ਕੀਤਾ? ਦੋ ਸੈੱਟ ਨੇ ਸੇਮ ਨੇਚਰ ਦੇ। when the language used applies partly to one set of the existing facts and partly to the another set of the existing facts but the whole of it does not apply correctly। पूरा एग्रीमेंट किसी भी थिंग ਦੇ ਉੱਪਰ ਅਪਲਾਈ ਨਹੀਂ ਹੋ ਰਿਹਾ, then ਕੀ ਹੋਏਗਾ? evidence may be given to show of which of two it was meant to apply। ਤਾਂ ਫਿਰ ਐਵੀਡੈਂਸ ਦੇ ਕੇ ਹੀ ਪ੍ਰੂਵ ਕੀਤਾ ਜਾ ਸਕਦਾ ਵੀ ਕਿਹੜੇ ਚੀਜ਼ ਦੀ ਗੱਲ ਕੀਤੀ ਗਈ ਹੈ, ਕਿਸ ਚੀਜ਼ ਦਾ ਐਗਰੀਮੈਂਟ ਕੀਤਾ ਗਿਆ ਸੀ, ਪਾਰਟੀਆਂ ਨੇ ਆਪਸ ਦੇ ਵਿੱਚ ਕੰਟਰੈਕਟ ਕੀਤਾ ਸੀਗਾ। ਐਗਜ਼ਾਮਪਲ ਦੇਖ ਲਓ, A agrees to sell to B my land at X in the occupation of Y। ਐਗਰੀਮੈਂਟ ਕਰਦਾ ਹੈ A B ਦੇ ਨਾਲ ਆਪਦੀ X ਲੈਂਡ ਦਾ, ਜਿਹੜੀ ਕਿ Y ਦੇ ਕਬਜ਼ੇ ਦੇ ਵਿੱਚ ਹੈਗੀ ਹੈ। A has land at X but not in the occupation of Y। A ਦੀ ਲੈਂਡ X ਤਾਂ ਹੈਗੀ ਹੈ ਕੋਈ, ਪਰ ਉਹ Y ਦੇ ਕਬਜ਼ੇ ਵਿੱਚ ਨਹੀਂ ਹੈਗੀ। and he has land in the occupation of Y, ਪਰ Y ਦੇ ਕਬਜ਼ੇ 'ਚ ਕੋਈ ਹੋਰ ਜ਼ਮੀਨ ਉਹਦੀ ਹੈਗੀ ਹੈ, but it is not at X। but ਇਹ ਜਿਹੜੀ ਪ੍ਰਾਪਰਟੀ ਹੈ ਉਹ X ਨਹੀਂ ਹੈਗੀ, Y ਦੇ ਕਬਜ਼ੇ 'ਚ ਵੀ ਹੈਗੀ ਪ੍ਰਾਪਰਟੀ, ਠੀਕ ਹੈ, ਪਰ ਜਿਹੜੀ X ਪ੍ਰਾਪਰਟੀ ਹੈਗੀ ਹੈ ਉਹ Y ਦੇ ਕਬਜ਼ੇ 'ਚ ਹੈਗੀ ਹੈ। ਤਾਂ ਦੈਨ ਕੀ ਹੋਏਗਾ? ਕਿਹੜੀ ਪ੍ਰਾਪਰਟੀ ਦਾ ਐਗਰੀਮੈਂਟ ਕੀਤਾ? ਜਿਹੜੀ Y ਦੇ ਕਬਜ਼ੇ 'ਚ ਹੈ ਉਹਦਾ ਐਗਰੀਮੈਂਟ ਕੀਤਾ, ਜਾਂ ਜਿਹੜੀ X ਲੈਂਡ ਹੈ ਉਹ Y ਦੇ ਕਬਜ਼ੇ 'ਚ ਨਹੀਂ ਹੈਗੀ, ਪਰ ਕੋਈ ਹੋਰ ਲੈਂਡ ਹੈ ਜਿਹੜੀ Y ਦੇ ਕਬਜ਼ੇ 'ਚ ਹੈਗੀ ਹੈ। ਹੁਣ ਦੋ ਲੈਂਡਸ ਹੋ ਗਈਆਂ, ਕਿਹੜੀ ਲੈਂਡ ਦਾ ਐਗਰੀਮੈਂਟ ਕੀਤਾ ਹੈਗਾ ਪਾਰਟੀ ਨੇ ਆਪਸ ਦੇ ਵਿੱਚ? ਐਵੀਡੈਂਸ ਮੇ ਬੀ ਗਿਵਨ ਫॉर द फैक्ट्स ਸ਼ੋਇੰਗ ਵਿਚ ਹੀ ਮੀਨਟ ਟੂ ਸੈਲ। ਉਹ ਫਿਰ ਐਵੀਡੈਂਸ ਦੇਣੀ ਪਏਗੀ ਵੀ ਕਿਹੜੀ ਪ੍ਰਾਪਰਟੀ ਸੇਲ ਕੀਤੀ ਹੈ। 1098 ਕੀ ਹੈ? एविडेंस as to the meaning of the eligible character etc। evidence may be given to show the meaning of the illegible or not commonly intelligible characters of the form obsolete technical local and provisional expressions। ਇੱਥੇ ਵੀ ਐਵੀਡੈਂਸ ਦੇਣ ਦੀ ਲੋੜ ਪਏਗੀ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ।
ਨੈਕਸਟ ਹੈਗਾ ਜਿਹੜਾ ਚੈਪਟਰ ਤੁਹਾਡਾ ਆਪਣਾ ਇਹਦਾ ਚਾਰਜ ਸੌਰੀ ਚੈਪਟਰ ਨੰਬਰ 7 ਬਰਡਨ ਆਫ ਪ੍ਰੂਫ। ਬਰਡਨ ਆਫ ਪ੍ਰੂਫ ਕਿਹਦੇ ਤੇ ਲਾਈ ਕਰਦਾ ਹੈ, ਪਲੈਂਟਿਫ ਤੇ ਕਰਦਾ ਹੈ ਜਾਂ ਡਿਫੈਂਡੈਂਟ ਤੇ ਲਾਈ ਕਰਦਾ ਹੈ। ਜਿਹੜੀ ਪਾਰਟੀ ਕੋਈ ਗੱਲ ਸਾਬਤ ਕਰਨਾ ਚਾਹੁੰਦੀ ਹੈ, ਠੀਕ ਹੈ, ਉਹਨੂੰ ਹੀ ਉਹ ਗੱਲ ਪ੍ਰੂਫ ਕਰਨੀ ਪੈਂਦੀ ਹੈ। ਇਟ ਮੀਨਸ ਬਰਡਨ ਆਫ ਪ੍ਰੂਫ ਕਿਹਦੇ ਤੇ ਲਾਈ ਕਰਦਾ ਹੈ, ਜਿਹੜੀ ਪਾਰਟੀ ਜੇ ਉਹ ਪ੍ਰੂਫ ਨਹੀਂ ਕਰਦੀ ਤਾਂ ਉਹਦੇ ਅਗੇਂਸਟ ਜਾਂਦੀ ਹੋਵੇ ਕੋਈ ਗੱਲ, ਕੋਈ ਫੈਕਟ ਹੈ ਇਸ਼ੂ ਦੇ ਵਿੱਚ ਹੈਗਾ, ਠੀਕ ਹੈ, ਜੇ ਉਹ ਪ੍ਰੂਫ ਨਹੀਂ ਕਰਦੀ ਪਾਰਟੀ ਤਾਂ ਜਿਸ ਪਾਰਟੀ ਦੇ ਅਗੇਂਸਟ ਜਾਂਦਾ ਹੈ ਉਹ ਵਾਲਾ ਫੈਕਟ, ਦੈਨ ਹੀ ਹੈਜ਼ ਟੂ ਪ੍ਰੂਵ ਦਾ ਬਰਡਨ ਆਫ ਪ੍ਰੂਫ ਉਹਦੇ ਉੱਪਰ ਲਾਈ ਕਰ ਜਾਂਦਾ ਹੈ। ਇਹਦੀ ਐਗਜ਼ਾਮਪਲ ਦੇਖ ਲੈਂਦੇ ਹਾਂ। ਵੈਨ ਏ ਪਰਸਨ ਇਜ਼ ਬਾਉਂਡ ਟੂ ਪ੍ਰੂਵ ਦਾ ਐਗਜ਼ਿਸਟੈਂਸ ਆਫ ਐਨੀ ਫੈਕਟ। Example, A desires a court to give judgment that B shall be punished for a crime which A says B has committed. ਇਹ ਕਹਿੰਦਾ ਹੈ ਵੀ B ਨੇ ਕੋਈ ਕ੍ਰਾਈਮ ਕਮਿਟ ਕੀਤਾ ਹੈ, ਵੀ ਜਿਹੜੀ ਜੱਜਮੈਂਟ ਹੈਗੀ ਹੈ ਉਹ ਚਾਹੁੰਦਾ ਵੀ ਜਿਹੜੀ ਕੋਰਟ ਹੈ ਉਹਦੇ ਖਿਲਾਫ ਦੇਵੇ, B ਦੇ ਖਿਲਾਫ ਦੇਵੇ। A must prove that B has committed the crime. Then ਜਿਹੜੀ A ਹੈਗੀ ਹੈ A ਨੂੰ ਹੀ ਪ੍ਰੂਵ ਕਰਨਾ ਪਏਗਾ ਵੀ B ਨੇ ਕ੍ਰਾਈਮ ਕਮਿਟ ਕੀਤਾ ਹੈ। Next, on whom burden of proof lies. So ਦੋ ਦੇ ਵਿੱਚ the burden of proof in a suit or proceeding lies on that person who would fail if no evidence at all were given on either side. ਜੇ ਕੋਈ ਵੀ ਵਿਅਕਤੀ ਐਵੀਡੈਂਸ ਨਹੀਂ ਦਿੰਦਾ, ਕੋਈ ਫੈਕਟ ਨਹੀਂ ਇਸ਼ੂ ਦੇ ਵਿੱਚ, ਕੋਈ ਫੈਕਟ ਹੈਗਾ ਇਸ਼ੂ ਦਾ, ਠੀਕ ਹੈ, ਜੇ ਕੋਈ ਵਿਅਕਤੀ ਐਵੀਡੈਂਸ ਨਹੀਂ ਦਿੰਦਾ ਤਾਂ ਜਿਸ ਪਾਰਟੀ ਦੇ ਖਿਲਾਫ ਉਹ ਜਿਹੜਾ ਇਸ਼ੂ ਜਾਂਦਾ ਹੈ, ਜੋ ਦੋਨੋਂ ਪਾਰਟੀਆਂ ਐਵੀਡੈਂਸ ਨਹੀਂ ਦਿੰਦੀਆਂ ਜਾਂ ਪ੍ਰੂਵ ਨਹੀਂ ਕਰਦੀਆਂ, ਤਾਂ ਜਿਸ ਪਾਰਟੀ ਦੇ ਖਿਲਾਫ ਉਹ ਇਸ਼ੂ ਜਾਂਦਾ ਹੈਗਾ ਤਾਂ ਬਰਡਨ ਆਫ ਪ੍ਰੂਫ ਲਾਈਜ਼ ਉਸ ਪਾਰਟੀ ਦੇ ਉੱਪਰ ਕਰਦਾ ਹੈ, ਵੀ ਉਹਨੂੰ ਜ਼ਿੰਮੇਵਾਰੀ ਬਣਦੀ ਹੈ ਵੀ ਉਹ ਜਿਹੜਾ ਹੈਗਾ ਉਸਨੂੰ ਪ੍ਰੂਵ ਕਰੇ। ਜਿਹੜਾ ਪਰਸਨ ਫੇਲ ਹੁੰਦਾ ਯਾਨੀ ਕਿ ਜਿਹਦੇ ਖਿਲਾਫ ਜਾਂਦਾ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ, ਬਰਡਨ ਆਫ ਪ੍ਰੂਫ ਲਾਈਜ਼ ਉਸ ਵਿਅਕਤੀ ਦੇ ਉੱਪਰ ਕਰਦਾ ਹੈ। ਸੈਕਸ਼ਨ 103 ਦੇ ਵਿੱਚ ਕੀ ਕਿਹਾ ਗਿਆ, ਬਰਡਨ ਆਫ ਪ੍ਰੂਫ ਐਜ਼ ਟੂ ਦਾ ਪਰਟੀਕੂਲਰ ਫੈਕਟ। ਕੋਈ ਪਾਰਟੀਕੂਲਰ ਫੈਕਟ ਹੈਗਾ ਉਹਦਾ ਬਰਡਨ ਆਫ ਪ੍ਰੂਫ ਕਿਹਨੇ ਕਰਨਾ ਹੁੰਦਾ ਹੈ, ਬਰਡਨ ਕਿਹਦੇ ਉੱਪਰ ਲਾਈ ਕਰਦਾ ਹੈ, ਦਾ ਬਰਡਨ ਆਫ ਪ੍ਰੂਫ as to any particular fact lies on the person who wishes the court to believe. ਜਿਹੜੀ ਪਾਰਟੀ ਕਹਿੰਦੀ ਹੈ ਵੀ ਹਾਂ ਇਹ ਸਹੀ ਹੈ, ਠੀਕ ਹੈ, in its existence unless it is provided by any law that the proof of the fact shall lie on any particular person. Example ਦੇਖਦੇ ਹਾਂ, A prosecutes B for theft. ਇਹ prosecute ਕਰ ਰਿਹਾ ਹੈ B ਨੂੰ ਚੋਰੀ ਦੇ ਲਈ and wishes the court to believe that B admitted the theft to C. ਇਹ ਕਹਿੰਦਾ ਵੀ ਜਿਹੜਾ B ਹੈਗਾ ਉਸਨੇ ਐਡਮਿਟ ਕੀਤਾ ਥੈਫਟ, ਵੀ ਹਾਂ ਮੈਂ ਚੋਰੀ ਕੀਤੀ ਸੀਗੀ, C ਕੋਲੇ ਕਿਹਾ ਸੀ ਉਸਨੇ ਇਹ ਗੱਲ, ਠੀਕ ਹੈ। ਇਹ ਮਸਟ ਪ੍ਰੂਵ ਦਾ ਐਡਮਿਸ਼ਨ। ਦੈਨ ਮਤਲਬ ਕਿ ਜਿਹੜਾ ਬਰਡਨ ਆਫ ਪ੍ਰੂਫ ਹੈ ਲਾਈਜ਼ ਕਿਸ ਦੇ ਉੱਪਰ ਕਰਦਾ ਹੈ, ਇਹਦੇ ਉੱਪਰ ਕਰਦਾ ਹੈ, ਜਿਹੜਾ ਸਾਬਤ ਕਰਨਾ ਚਾਹੁੰਦਾ ਹੈ ਵੀ C ਦੇ ਉੱਪਰ ਜਾਂ C ਦੇ ਕੋਲ ਜਾ ਕੇ B ਨੇ ਆਪਣੀ ਚੋਰੀ ਮੰਨੀ ਹੈ, ਦੈਨ ਬਰਡਨ ਆਫ ਪ੍ਰੂਫ ਲਾਈਜ਼ ਔਨ ਦਾ A ਮਸਟ ਪ੍ਰੂਵ ਦਾ ਐਡਮਿਸ਼ਨ। B wishes the court to believe that at the time in question he was elsewhere. He must prove it. ਜਿਹੜਾ B ਹੈ, B wishes the court to believe that, B ਕਹਿਣਾ ਚਾਹੁੰਦਾ ਹੈ at the time in question he was elsewhere. He must prove it. ਜੇ B ਸਾਬਤ ਕਰਨਾ ਚਾਹੁੰਦਾ ਮੈਂ ਕਿਤੇ ਹੋਰ ਸੀਗਾ, then burden of proof lies on the B. ਸੈਕਸ਼ਨ 104 ਦੇ ਵਿੱਚ ਕੀ ਕਿਹਾ ਗਿਆ, the burden of proving fact to be proved to make evidence admissible. The burden of proving fact to be proved to make evidence admissible. A wishes to prove dying declaration by B. ਇਹ ਚਾਹੁੰਦਾ ਹੈਗਾ ਵੀ ਜਿਹੜੀ ਡੈਕਲੇਰੇਸ਼ਨ ਹੈ, ਡਾਈਂਗ ਡੈਕਲੇਰੇਸ਼ਨ ਹੈ B ਨੇ ਕੀਤੀ ਸੀ ਮਰਦੇ ਹੋਏ, ਉਹਨੇ ਕੋਈ ਸਟੇਟਮੈਂਟ ਦਿੱਤੀ ਸੀ, ਠੀਕ ਹੈ। ਇਹ ਮਸਟ ਪ੍ਰੂਵ B's ਡੈਥ। ਪਹਿਲਾਂ ਤਾਂ ਉਸਨੂੰ ਜਿਹੜਾ ਪ੍ਰੂਵ ਕਰਨਾ ਪਏਗਾ ਵੀ B ਦੀ ਮੌਤ ਹੋ ਚੁੱਕੀ ਹੈ। ਫਿਰ ਜੇ ਕੋਈ ਪਾਰਟੀ ਕੋਈ ਸੈਕੰਡਰੀ ਐਵੀਡੈਂਸ ਪੇਸ਼ ਕਰਨਾ ਚਾਹੁੰਦੇ ਕੋਰਟ ਦੇ ਵਿੱਚ, ਠੀਕ ਹੈ, ਦੈਨ ਹੀ ਹੈਜ਼ ਟੂ ਪ੍ਰੂਵ ਵੀ ਜਿਹੜੀ ਪ੍ਰਾਇਮਰੀ ਐਵੀਡੈਂਸ ਹੈਗੀ, ਜਿਹਦੀ ਓਰੀਜਨਲ ਡਾਕੂਮੈਂਟ ਜਿਹੜਾ ਹੈਗਾ ਉਹ ਲਾਸਟ ਹੋ ਚੁੱਕਿਆ ਹੈ ਜਾਂ ਕਿਸੇ ਹੋਰ ਦੇ ਕਬਜ਼ੇ ਵਿੱਚ ਹੈਗਾ ਜਾਂ ਕਿੱਥੇ ਹੈਗਾ, ਇਹ ਸਾਬਤ ਉਹਨੂੰ ਕਰਨਾ ਪਏਗਾ। ਇਹ ਸੈਕੰਡਰੀ ਐਵੀਡੈਂਸ ਉਸਨੇ ਦੇਣੀ ਹੈ ਤਾਂ he must prove that the document has been lost. ਚਾਹੇ ਲਾਸਟ ਹੋ ਚੁੱਕਿਆ ਹੋਵੇ, ਚਾਹੇ ਦੂਜੀ ਪਾਰਟੀ ਦੇ ਕਿਸੇ ਕਬਜ਼ੇ ਵਿੱਚ ਹੋਵੇ, ਇਹ ਉਹਨੂੰ ਪ੍ਰੂਵ ਕਰਨਾ ਪਏਗਾ। But now proving that case of accused comes within exceptions. When a person is accused of any offence, the burden of proving the
ਐਗਜ਼ਿਸਟੈਂਸ ਆਫ ਸਰਕਮਸਟੈਂਸ ਬ੍ਰਿੰਗਿੰਗ ਦ ਕੇਸ ਵਿਦਨ ਐਨੀ ਜਨਰਲ ਐਕਸੈਪਸ਼ਨ। ਜਨਰਲ ਐਕਸੈਪਸ਼ਨ ਕੀ ਹੁੰਦੀਆਂ ਨੇ? ਜਨਰਲ ਐਕਸੈਪਸ਼ਨ ਹੁੰਦਾ ਕੋਈ ਵਿਅਕਤੀ ਅਨਸਾਊਂਡ ਮਾਈਂਡ ਹੈ, ਕੋਈ ਵਿਅਕਤੀ ਮਾਈਨਰ ਹੈਗਾ, ਠੀਕ ਹੈ, ਲੂਨੈਟਿਕ ਹੈਗਾ, ਇੱਦਾਂ ਦੀ ਜਿਹੜੀ ਜੇ ਕੋਈ ਵਿਅਕਤੀ ਦੀ ਜਿਹੜੀ ਐਵੀਡੈਂਸ ਹੈਗੀ ਹੈ ਉਹ ਕੋਈ ਨਹੀਂ ਦੇਣਾ ਚਾਹੁੰਦਾ ਤਾਂ ਉਹ ਸਾਬਤ ਕਰਨਾ ਚਾਹੇਗਾ, ਉਹ ਸਾਬਤ ਕਰੇਗਾ ਵੀ ਇਹ ਜਿਹੜਾ ਵਿਅਕਤੀ ਹੈਗਾ, ਕਿਸੇ ਵਿਅਕਤੀ ਨੇ ਕੋਈ ਕ੍ਰਾਈਮ ਕੀਤਾ, ਕੋਈ ਮਤਲਬ ਕਿ ਕੋਈ ਅਫੈਂਸ ਕੀਤਾ, ਠੀਕ ਹੈ, ਜਨਰਲ ਐਕਸੈਪਸ਼ਨ ਦਾ ਕੋਈ ਜਿਹੜਾ ਬੈਨੀਫਿਟ ਲੈਣਾ ਚਾਹੁੰਦਾ ਪਾਰਟੀ ਕੋਈ, ਤਾਂ ਉਹ ਉਹਦਾ ਜਿਹੜਾ ਬਰਡਨ ਆਫ ਪ੍ਰੂਫ ਉਹਦੇ ਉੱਪਰ ਲਾਈ ਕਰਦਾ ਹੈ, ਉਹ ਸਾਬਤ ਕਰੇਗਾ ਵੀ ਇਹ ਜਿਹੜਾ ਵਿਅਕਤੀ ਹੈਗਾ ਅਨਸਾਊਂਡ ਹੈ, ਅਨਸਾਊਂਡ ਮਾਈਂਡ ਹੈ, ਲੂਨੈਟਿਕ ਹੈ, ਮਾਈਨਰ ਹੈਗਾ, ਠੀਕ ਹੈ, ਇਹ ਬਰਡਨ ਪ੍ਰੂਫ ਉਹਦੇ ਉੱਪਰ ਲਾਈ ਕਰਦਾ ਹੈ। ਜਿਵੇਂ ਕਿ ਐਗਜ਼ਾਮਪਲ ਦੇਖ ਲੈਣਾ ਇੱਕ, ਇਹ ਅਕਿਊਜ਼ਡ ਆਫ ਮਰਡਰ alleges that by reason of the unsoundness of the mind he did not know the nature of the fact। ਇਹ ਹੈਗਾ ਅਕਿਊਜ਼ਡ ਹੈ, ਉਹਨੇ ਮਰਡਰ ਕੀਤਾ ਹੈ, ਠੀਕ ਹੈ, alleges ਉਹ ਸਾਬਤ ਕਰਨਾ ਚਾਹੁੰਦਾ ਹੈ ਇਸ ਗੱਲ ਦਾ, ਜਿਹੜਾ ਉਹਦਾ ਵਕੀਲ ਹੈ, ਐਡਵੋਕੇਟ ਹੈਗਾ, ਠੀਕ ਹੈ, ਇਹ ਸਾਬਤ ਕਰਨਾ ਚਾਹੁੰਦਾ ਵੀ ਇਹ ਅਨਸਾਊਂਡਨੈਸ ਆਫ ਮਾਈਂਡ ਕਰਕੇ ਵੀ ਜਿਹੜਾ ਇਸ ਨੂੰ ਪਤਾ ਨਹੀਂ ਸੀ ਕਿ ਮੈਂ ਕੀ ਕੰਮ ਕਰ ਰਿਹਾ, ਕੀ ਨੇਚਰ ਵਰਕ ਮੇਰਾ ਹੈਗਾ, ਕੀ ਆਫੈਂਸ ਬਣਦਾ ਜਾਂ ਨਹੀਂ ਬਣਦਾ, ਉਸ ਨੂੰ ਕੁਝ ਨਹੀਂ ਸੀ ਪਤਾ ਇਸ ਗੱਲ ਬਾਰੇ, ਤਾਂ ਬਰਡਨ ਆਫ ਪ੍ਰੂਫ ਇਜ਼ ਔਨ ਏ। ਤਾਂ ਜਿਹੜੇ ਇਹ ਸਾਬਤ ਕਰਨਾ ਚਾਹੇਗਾ, ਇਹਦਾ ਵਕੀਲ ਸਾਬਤ ਕਰਨਾ ਚਾਹੇਗਾ, ਠੀਕ ਹੈ, ਜਿਹੜਾ ਅਕਿਊਜ਼ਡ ਹੈਗਾ ਵੀ ਜਿਹੜਾ ਇਹ ਵਿਅਕਤੀ ਸੀਗਾ ਇਹ ਅਨਸਾਊਂਡਨੈਸ ਆਫ ਮਾਈਂਡ ਸੀਗਾ, ਇਹ ਉਹਦੇ ਉੱਪਰ ਬਰਡਨ ਆਫ ਪ੍ਰੂਫ ਲਾਈ ਕਰਦਾ ਹੈ, ਇਹਦੇ ਉੱਪਰ ਲਾਈ ਕਰਦਾ, ਜਾਣੀ ਕਿ ਇਹਦੇ ਜਿਹੜਾ ਉਹਦੇ ਕੇਸ ਦੀ ਪੈਰਵਾਈ ਕਰ ਰਿਹਾ ਹੈ ਉਹਦੇ ਵਕੀਲ ਦੇ ਉੱਪਰ ਲਾਈ ਕਰਦਾ ਹੈ। Then section 106 burden of proving fact especially within the knowledge। ਜਿਸ ਵਿਅਕਤੀ ਨੂੰ ਕਿਸੇ ਗੱਲ ਦੀ ਨੌਲੇਜ ਹੈਗੀ ਹੈ, ਠੀਕ ਹੈ, ਉਹ ਗੱਲ ਆਪਦੀ ਸਾਬਤ ਕਰਨੀ ਚਾਹੁੰਦਾ ਹੈ, ਤਾਂ burden of proof lies on that person। When any fact is especially within the knowledge of any person, the burden of proving that fact is upon him। ਜਿਸ ਵਿਅਕਤੀ ਕੋਲ ਨੌਲੇਜ ਹੈ, ਜਾਣਕਾਰੀ ਹੈ ਕਿਸੇ ਕੰਮ ਦੀ, ਕਿਸੇ ਗੱਲ ਦੀ, ਕਿਸੇ offense ਦੀ, ਕਿਸੇ ਪੁਆਇੰਟ ਦੀ, ਤਾਂ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਸ ਨੂੰ ਉਹ ਸਾਬਤ ਕਰੇਗਾ। When a person does an act with some attention other than that which the character and circumstances of the act suggest, the burden of proving that intention is upon him। ਜੋ ਕੋਈ ਵਿਅਕਤੀ ਕਹਿੰਦਾ ਮੇਰਾ ਕੋਈ ਮੈਲਾ ਅਟੈਂਸ਼ਨ ਨਹੀਂ ਸੀਗੀ, ਅਫੈਂਸ ਕੀਤਾ ਪਰ ਮੈਂ ਤਾਂ ਮਾਰਨਾ ਨਹੀਂ ਚਾਹੁੰਦਾ ਸੀਗਾ, ਮੈਂ ਤਾਂ ਇਹ ਅਫੈਂਸ ਕਰਨਾ ਨਹੀਂ ਚਾਹੁੰਦਾ ਸੀ, ਅਚਾਨਕ ਹੋ ਗਿਆ, then burden of proof lies on that person। is charged with traveling। ਐਗਜ਼ਾਮਪਲ ਇੱਕ ਹੋਰ ਦੇਖਦੇ ਹਾਂ, is charged with traveling on a railway without a ticket। ਇਹਦੇ ਉੱਪਰ ਚਾਰਜ ਲੱਗਿਆ ਹੋਇਆ ਹੈਗਾ, ਦੋਸ਼ ਲੱਗਿਆ ਹੋਇਆ ਹੈ ਵੀ ਇਹ ਟਰੈਵਲਿੰਗ ਕਰ ਰਿਹਾ ਸੀਗਾ ਬਿਨਾਂ ਟਿਕਟ ਤੋਂ, ਠੀਕ ਹੈ। the burden of proving that he had ticket is on him। ਜੇ ਉਹਦੇ ਕੋਲ ਕੋਈ ਟਿਕਟ ਹੈਗੀ ਸੀਗੀ ਤਾਂ burden of proof lies on the A। ਤਾਂ ਉਹ ਸਾਬਤ ਕਰੇਗਾ ਵੀ ਮੇਰੇ ਕੋਲ ਤਾਂ ਟਿਕਟ ਹੈਗੀ ਸੀਗੀ, ਮੈਂ ਟਿਕਟ ਕਟਵਾਈ ਸੀਗੀ, ਬੇਸ਼ੱਕ ਇੱਧਰ ਉੱਧਰ ਹੋ ਗਈ ਉਹ ਗੱਲ ਵੱਖਰੀ ਹੈਗੀ ਹੈ, ਪਰ ਇਹਨੂੰ ਸਾਬਤ ਕਰਨਾ ਪਏਗਾ ਜੇ ਉਹਦੇ ਉੱਪਰ ਕੋਈ ਦੋਸ਼ ਲੱਗਿਆ, ਉਹਦੇ ਕੋਲ ਚਾਰਜ ਲੱਗਿਆ ਬਿਨਾਂ ਟਿਕਟ ਸਾਬਤ ਕਰਨ ਦਾ, then he has to prove। burden of proving death of person known to have been alive within 30 years। जो कोई व्यक्ति कहना 30 साल तो कोई बंदा गुम हैगा, when the question is whether a man is alive or dead। किसी व्यक्ति ਦੇ ਕਿਸੇ ਪਰਸਨ ਦੇ ਸੰਬੰਧ ਵਿੱਚ ਕੋਈ ਗੱਲ ਚੱਲ ਰਹੀ ਹੈ ਵੀ ਜਿੰਦਾ ਜਾਂ ਮਰ ਚੁੱਕਿਆ ਹੈ, and it is shown that he was alive within 30 days, 30 years, and it is shown that he was alive within 30 years, the burden of proving that he is dead is on the person who affirms it। ਜਿਹੜਾ ਵਿਅਕਤੀ ਸਾਬਤ ਕਰਨਾ ਚਾਹੁੰਦਾ ਹੈ that he is dead is on the person who affirms। ਜਿਹੜਾ ਵਿਅਕਤੀ ਕਹਿੰਦਾ ਹੈ, ਠੀਕ ਹੈ, ਵੀ ਇਹ ਮਰ ਚੁੱਕਿਆ, ਤਾਂ burden of proof ਉਹਦੇ ਉੱਪਰ ਲਾਈ ਕਰਦਾ ਹੈ, ਉਹ ਸਾਬਤ ਕਰੇਗਾ ਵੀ ਇਹਦੀ ਡੈਥ ਹੋ ਚੁੱਕੀ ਹੈ। ਦੂਸਰਾ 108 ਦੇ ਵਿੱਚ ਆ ਗਿਆ, burden of proving that a person is alive has not been heard of for 7 years। ਜਿਵੇਂ ਆਪਾਂ ਇੱਕ ਰਾਜ਼ਨਾਮੇ ਦੇ ਇੰਤਕਾਲ ਦਰਜ ਕਰਦੇ ਹਾਂ, 7 ਸਾਲ ਤੋਂ ਕੋਈ ਵਿਅਕਤੀ ਲਾਪਤਾ ਹੋਵੇ, ਠੀਕ ਹੈ, ਉਹਨੂੰ ਪ੍ਰਜ਼ੂਮ ਕਰ ਲਿਆ ਜਾਂਦਾ ਹੈ ਵੀ ਇਹਦੀ ਮੌਤ ਹੋ ਚੁੱਕੀ ਹੈ। ਜੇ ਕੋਈ ਵਿਅਕਤੀ ਸਾਬਤ ਕਰਨਾ ਚਾਹੇ ਵੀ ਹਾਂ ਇਹ ਤਾਂ ਨਹੀਂ ਜਿੰਦਾ ਹੈ, 7 ਸਾਲ ਤੋਂ ਬੇਸ਼ੱਕ ਲਾਪਤਾ ਹੈਗਾ ਪਰ ਇਹ ਜਿੰਦਾ ਹੈ, ਤਾਂ burden of proof lies on that person who says the person is alive। Next 109, burden of proof as to the relationship
in the cases of the partners, landlord and tenant, principal and agent। जो कोई व्यक्ति कहता कोई पार्टनर ने, दो पार्टनर ने, ਜਾਂ ਕੋਈ ਲੈਂਡਲॉर्ਡ ਤੇ ਟੇਨੈਂਟ ਹੈਗਾ, ਠੀਕ ਹੈ, ਜਾਂ ਕੋਈ ਜ਼ਮੀਨ ਦੇ ਵਿੱਚ ਪਾਰਟਨਰ ਨੇ, ਪ੍ਰਿੰਸੀਪਲ ਤੇ ਏਜੰਟ ਨੇ, ਜੋ ਕੋਈ ਵਿਅਕਤੀ ਕਹਿੰਦਾ ਵੀ ਨਹੀਂ ਹੈਗੇ ਇਹ, who say not, ਜਿਹੜਾ ਵਿਅਕਤੀ ਕਹਿੰਦਾ ਵੀ ਨਹੀਂ ਹੈਗੇ, then burden of proof lies on that person who says no। the burden of proof as to the ownership, who say not owner, ਜਿਹੜਾ ਵਿਅਕਤੀ ਕਹਿੰਦਾ ਵੀ ਜੇ ਕੋਈ ਜਮਾਬੰਦੀ ਪੇਸ਼ ਕਰਦਾ ਹੈ, ਆਪਣੀ ਮਾਲਕੀ ਸਾਬਤ ਕਰਦਾ ਹੈ, ਜਿਹੜਾ ਵਿਅਕਤੀ ਕਹਿੰਦਾ ਨਹੀਂ ਇਹ ਤਾਂ ਮਾਲਕ ਨਹੀਂ ਹੈਗਾ, ਠੀਕ ਹੈ, ਤਾਂ ਬਰਡਨ ਆਫ ਪ੍ਰੂਫ ਉਸ ਵਿਅਕਤੀ ਉੱਪਰ ਲਾਈ ਕਰਦਾ, ਜਿਹੜਾ ਬੰਦਾ ਨੋ ਕਹਿੰਦਾ ਹੈ ਵੀ ਇਹ ਮਾਲਕ ਨਹੀਂ ਹੈਗਾ, ਹੀ ਹੈਜ਼ ਟੂ ਪ੍ਰੂਵ। ਇਸ ਫੈਕਟ ਨੂੰ ਪ੍ਰੂਵ ਕਰਨ ਦੀ ਜ਼ਿੰਮੇਵਾਰੀ ਉਹਦੀ ਬਣਦੀ ਹੈ। ਪ੍ਰੂਫ ਆਫ ਗੁੱਡ ਫੇਥ in transactions where one party is in the relation of act of confidence, where there is a question as to the good faith of a transaction। ਕੋਈ transaction ਹੋਈ ਹੈ ਪਾਰਟੀਆਂ ਦੇ ਵਿਚਕਾਰ, ਇੱਕ ਪਾਰਟੀ ਕਹਿੰਦੇ ਮੈਂ ਗੁੱਡ ਫੇਥ ਦੇ ਵਿੱਚ ਜਿਹੜਾ ਸੌਦਾ ਕੀਤਾ ਸੀਗਾ, between the parties one of whom stands to other in position of the act of confidence, ਤਾਂ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਲਾਈ ਕਰੇਗਾ? ਉਸ ਵਿਅਕਤੀ ਉੱਪਰ ਲਾਈ ਕਰੇਗਾ ਜਿਹੜਾ ਕਹਿੰਦਾ ਮੈਂ ਤਾਂ ਗੁੱਡ ਫੇਥ ਕੀਤਾ ਸੀ ਇਹ, ਠੀਕ ਹੈ। ਗੁੱਡ ਫੇਥ ਦੀ ਰਿਸਪੌਂਸਿਬਿਲਿਟੀ ਪ੍ਰੂਵ ਕਰਨਾ ਉਸ ਵਿਅਕਤੀ ਦਾ ਹੈਗਾ, ਜ਼ਿੰਮੇਵਾਰੀ ਬਣ ਜਾਂਦੀ ਹੈ, ਉਹਦੇ ਉੱਪਰ ਲਾਈ ਕਰਦਾ ਜਿਹੜਾ ਬਰਡਨ ਆਫ ਪ੍ਰੂਫ ਹੈ। ਜਿਹੜਾ ਵਿਅਕਤੀ ਕਹਿੰਦਾ ਮੈਂ ਗੁੱਡ ਫੇਥ ਦੇ ਵਿੱਚ ਇਹ ਕੰਮ ਕੀਤਾ ਸੀਗਾ, ਮੈਨੂੰ ਕੀ ਪਤਾ ਸੀਗਾ ਵੀ ਇਹ ਮੇਰੇ ਨਾਲ ਇਦਾਂ ਕਰੇਗਾ। ਜਿਵੇਂ ਕਿ ਐਗਜ਼ਾਮਪਲ ਦੇਖਦੇ ਹਾਂ, ਇੱਕ the good faith of a sale by a client to an attorney is in question in a suit brought by the client। ਕਿਸੇ ਕਲਾਇੰਟ ਨੇ ਆਪਣੇ ਅਟਾਰਨੀ ਨੂੰ, ਉਹਦੇ ਵਕੀਲ ਨੂੰ ਕੋਈ ਪ੍ਰਾਪਰਟੀ ਸੇਲ ਕਰ ਦਿੱਤੀ, ਠੀਕ ਹੈ। ਆਮ ਤੌਰ ਤੇ ਕਲਾਇੰਟ ਦਾ ਤੇ ਐਡਵੋਕੇਟ ਦਾ, ਉਹਦੇ ਜਿਹੜਾ ਵਕੀਲ ਹੁੰਦਾ ਉਹਦਾ ਆਪਸ ਵਿੱਚ ਗੁੱਡ ਫੇਥ ਹੁੰਦਾ ਹੈਗਾ, ਠੀਕ ਹੈ। ਜੇ ਹੁਣ ਅਟਾਰਨੀ ਜਿਹੜਾ ਹੈਗਾ ਉਹਦੀ ਐਗਰੀਮੈਂਟ ਦੇ ਵਿੱਚ ਜਾਣਬੁੱਝ ਕੇ ਐਗਰੀਮੈਂਟ ਕੀਤਾ ਵੀ 1 ਕਿੱਲੇ ਦਾ ਕਰ ਲਵੇ, 2 ਕਿੱਲੇ ਸੇਲ ਦੇ ਮਤਲਬ ਕਿ ਐਗਰੀਮੈਂਟ ਕਰ ਲਵੇ, ਤਾਂ ਜੇ ਕਲਾਇੰਟ ਕੱਲ ਨੂੰ ਇਸ ਗੱਲ ਦਾ ਬੈਨੀਫਿਟ ਲੈਣਾ ਚਾਹੁੰਦਾ ਹੈ ਵੀ ਮੈਂ ਤਾਂ ਗੁੱਡ ਫੇਥ 'ਚ ਐਗਰੀਮੈਂਟ ਕੀਤਾ ਸੀ, ਮੈਨੂੰ ਕੀ ਪਤਾ ਸੀ ਮੇਰੇ ਨਾਲ ਇੱਦਾਂ ਕਰੇਗਾ, ਤਾਂ ਇਹ ਜਿਹੜੀ ਗੁੱਡ ਫੇਥ ਦੀ ਜਿਹੜੀ ਗੱਲ ਹੈਗੀ ਹੈ ਇਹ ਕਲਾਇੰਟ ਦੇ ਉੱਪਰ ਲਾਈ ਕਰਦਾ, ਕਲਾਇੰਟ ਨੂੰ ਸਾਬਤ ਕਰਨਾ ਪਏਗਾ। ਦਾ ਬਰਡਨ ਆਫ ਪ੍ਰੂਫ ਪ੍ਰੂਵਿੰਗ ਦਾ ਗੁੱਡ ਫੇਥ ਆਫ ਦਾ ਟ੍ਰਾਂਜੈਕਸ਼ਨ ਇਜ਼ ਔਨ ਦਾ ਅਟਾਰਨੀ। ਉਹ ਸਾਬਤ ਕਰੇਗਾ ਵੀ ਇਹ ਮੇਰਾ ਵਕੀਲ ਸੀ ਪਹਿਲਾਂ, ਆਹ ਦੇਖੋ ਇਹ ਕੇਸ ਚੱਲਦਾ ਸੀ ਸਾਡਾ ਪਹਿਲਾਂ ਆਲਰੇਡੀ, ਠੀਕ ਹੈ, ਉਸ ਕੇਸ ਦੇ ਵਿੱਚ ਇਹ ਮੇਰਾ ਅਟਾਰਨੀ ਸੀਗਾ, ਮੈਂ ਤਾਂ ਵਾਈਟ ਪੇਪਰਾਂ ਤੇ ਸਾਈਨ ਕਰਕੇ ਵੀ ਦਿੰਦਾ ਸੀਗਾ, ਠੀਕ ਹੈ। ਇਸ ਨੇ ਗਲਤ ਤਰੀਕੇ ਦੇ ਨਾਲ ਮੇਰੇ ਤੋਂ ਮਤਲਬ ਕਿ ਜਿਹੜਾ ਹੈਗਾ ਐਗਰੀਮੈਂਟ ਤਿਆਰ ਕਰ ਲਿਆ, ਮੈਂ ਗੁੱਡ ਫੇਥ ਦੇ ਵਿੱਚ ਇਹ ਕਰ ਦਿੱਤਾ, ਅਸਲ ਦੇ ਵਿੱਚ ਜਿਹੜਾ ਮੇਰਾ ਐਗਰੀਮੈਂਟ ਸੀਗਾ ਇਹ ਨਹੀਂ ਸੀਗਾ। ਇਸ ਕਰਕੇ ਬਰਡਨ ਆਫ ਪ੍ਰੂਫ ਲਾਈਜ਼ ਔਨ ਦੈਟ ਪਰਸਨ ਹੂ ਸੇਜ਼ I have act done in the good faith। Birth during marriage, conclusive proof of the legitimacy। ਕੋਈ ਬੱਚੇ ਦੀ ਗੱਲ ਹੈ, ਕੋਈ ਚਾਈਲਡ ਹੈ, ਲੈਜੀਟੀਮੇਟ ਚਾਈਲਡ ਹੈ ਜਾਂ ਇਲੈਜੀਟੀਮੇਟ ਚਾਈਲਡ ਹੈ, ਇਹਨੂੰ ਅਸੀਂ ਕਹਿੰਦੇ ਫੁੱਲ ਬਲੱਡ ਔਰ ਹਾਫ ਬਲੱਡ ਦਾ ਬੱਚਾ ਕਹਿੰਦਾ ਨੇ ਆ, ਠੀਕ ਹੈ, ਵੀ ਜਿਹੜਾ ਬੱਚਾ ਹੈਗਾ ਇਹ ਲੈਜੀਟੀਮੇਟ ਹੈ ਜਾਂ ਇਲੈਜੀਟੀਮੇਟ ਹੈ, ਇਹਦੀ ਗੱਲ ਕੀਤੀ ਵੀ ਇਹ ਪ੍ਰੂਫ ਕਿਵੇਂ ਹੋਏਗਾ। 280 days after its dissolution, ਮੰਨ ਲਓ ਕੋਈ ਮੈਰਿਜ ਹੈ, ਮੈਰਿਜ ਡੈਜ਼ੋਲੂਟ ਹੋ ਗਈ, ਮੈਰਿਜ ਟੁੱਟ ਗਈ, ਮੈਰਿਜ ਟੁੱਟਣ ਤੋਂ ਬਾਅਦ ਜੇ 280 ਦਿਨਾਂ ਦੇ ਅੰਦਰ ਅੰਦਰ ਕੋਈ ਬਰਥ ਹੁੰਦੀ ਹੈ ਬੱਚੇ ਦੀ, ਠੀਕ ਹੈ, ਤਾਂ ਇਹ ਮੰਨ ਲਿਆ ਜਾਏਗਾ ਵੀ ਇਹ ਜਿਹੜਾ ਬੱਚਾ ਸੀਗਾ ਇਹ ਪਹਿਲੀ ਮੈਰਿਜ ਦਾ ਬੱਚਾ ਹੈਗਾ, ਇਹ ਲੈਜੀਟੀਮੇਟ ਚਾਈਲਡ ਹੈਗਾ। The fact that any person was born during the continuance of a valid marriage between his mother and any man or within 280 days, ਜਿੱਦਾਂ ਦੇਖੋ ਹਸਬੈਂਡ ਵਾਈਫ ਦੇ ਉਹ ਹੈਬਿਟੇਸ਼ਨ ਦੇ ਵਿੱਚ ਮੈਰਿਡ ਹੁੰਦੇ ਆ, ਕੋਈ ਬੱਚੇ ਦਾ ਬਰਥ ਹੁੰਦਾ ਹੈ, then it is his legitimate child। ਪਰ ਜੇਕਰ ਮੈਰਿਜ ਟੁੱਟ ਜਾਂਦੀ ਹੈ, ਉਸ ਤੋਂ ਬਾਅਦ ਕੋਈ ਬੱਚੇ ਦਾ ਬਰਥ ਹੁੰਦਾ ਹੈਗਾ, ਤਾਂ ਉਹਦੇ ਪਰ ਕਿੰਤੂ ਪਰੰਤੂ ਦੀ ਜਿਹੜੀ ਗੱਲ ਆਉਂਦੀ ਹੈ ਵੀ ਇਹ ਲੈਜੀਟੀਮੇਟ ਹੈ ਜਾਂ ਇਲੈਜੀਟੀਮੇਟ ਹੈਗਾ, then ਇਹ ਕਿਹਾ ਗਿਆ ਹੈਗਾ within 280 days after its dissolution the mother remaining unmarried। ਜਿਹੜੀ ਮਦਰ ਹੈਗੀ ਹੈ 280 ਦਿਨ ਤੱਕ, within 280 days after its dissolution the mother remaining unmarried shall be conclusive proof that he is a legitimate child। ਇਹ 280 ਦਿਨ ਤੱਕ ਜਿਹੜੀ ਮਦਰ ਹੈਗੀ ਅਨਮੈਰਿਡ ਰਹਿੰਦੀ ਹੈ, ਵਿਆਹ ਅਗਰ ਫਰਦਰ ਮੈਰਿਜ ਨਹੀਂ ਕਰਵਾਉਂਦੀ ਹੈਗੀ, ਇਨ ਬਿਟਵੀਨ ਜਿਹੜਾ ਬੱਚਾ ਹੈਗਾ ਬਰਥ ਹੁੰਦਾ ਕਿਸੇ ਬੱਚੇ ਦਾ, ਠੀਕ ਹੈ,
तो ਕੰਕਲੂਸਿਵ ਪ੍ਰੂਫ ਹੈਗਾ ਵੀ ਉਹ ਜਿਹੜਾ ਬੱਚਾ ਹੈਗਾ ਉਹ ਲੈਸਟੀਮੇਟ ਚਾਈਲਡ ਹੈ। Presumption as to the abatement of suicide by a married woman. Presumption as to the abatement of suicide by a married woman. When the question is whether the commission of suicide by a woman had been abetted by her husband or any relative of her husband. ਜੇ ਕੋਈ ਵੂਮਨ ਹੈਗੀ ਹੈ ਉਹ ਸੁਸਾਈਡ ਕਰ ਲੈਂਦੀ ਹੈ, ਜਦੋਂ ਕੁਐਸਚਨ ਆਉਂਦਾ ਉੱਠਦਾ ਹੈਗਾ ਵੀ ਕੀ ਇਹ ਜਿਹੜਾ ਵੂਮਨ ਨੇ ਸੁਸਾਈਡ ਕੀਤਾ ਹੈ ਕਿ ਇਹਦੇ ਹਸਬੈਂਡ ਨੇ ਇਹਨੂੰ ਅਬੈਟ ਕੀਤਾ ਹੈ ਜਾਂ ਕਿਸੇ ਰਿਲੇਟਿਵ ਨੇ ਅਬੈਟ ਕੀਤਾ ਇਸ ਨੂੰ ਉਕਸਾਇਆ ਹੈਗਾ, ਔਰ ਐਨੀ ਰਿਲੇਟਿਵ of her husband ਉਹਦੇ ਮਦਰ ਫਾਦਰ ਸਿਸਟਰ ਵਗੈਰਾ ਨੇ, and it is shown that she had committed suicide within a period of 7 years from the date of the marriage। ਔਰ ਇਹ ਵੀ ਸਾਬਤ ਹੋ ਜਾਂਦਾ ਵੀ ਜਿਹੜੀ ਇਹਨੇ ਜਿਹੜੀ ਸੁਸਾਈਡ ਕਮਿਟ ਕੀਤਾ ਹੈ ਮੈਰਿਜ ਤੋਂ 7 ਸਾਲ ਦੇ ਅੰਦਰ ਦੇ ਪੀਰੀਅਡ ਦੇ ਵਿੱਚ ਕੀਤਾ ਹੈ, ਜੇ ਮੈਰਿਜ ਹੋਈ ਨੂੰ ਚਾਹੇ 4 ਸਾਲ ਹੋਏ ਸੀ ਜਾਂ 5 ਸਾਲ ਹੋਏ ਸੀ ਜਾਂ 7 ਸਾਲ ਦੇ ਵਿੱਚ ਵਿਚਕਾਰ ਜੇ ਕੋਈ ਮਤਲਬ ਕਿ ਉਸਨੇ ਸੁਸਾਈਡ ਕਮਿਟ ਕੀਤਾ ਹੈਗਾ, then it is to be presumed as to the abatement of suicide by a married woman। ਇਹ ਪ੍ਰਜ਼ੂਮ ਕਰ ਲਿਆ ਜਾਏਗਾ ਵੀ ਇਸ ਨੂੰ ਜਿਹੜਾ ਅਬੈਟਮੈਂਟ ਕੀਤੀ ਗਈ ਹੈ ਕਿਸੇ ਫੈਮਿਲੀ ਮੈਂਬਰ ਨੇ ਜਾਂ ਉਹਦੇ ਹਸਬੈਂਡ ਨੇ ਕੀਤੀ ਹੈ, ਇਸ ਕਰਕੇ ਇਸ ਦੀ ਜਿਹੜੀ ਹੈਗੀ ਹੈ ਇਹਨੇ ਸੁਸਾਈਡ ਕੀਤਾ 7 years from the date of the marriage, and that her husband or such relative of her husband and subjected her to cruelty। the court may presume, ਦੇਖੋ ਇੱਥੇ ਆ ਗਿਆ ਆਨਸਰ ਪੂਰਾ ਤੁਹਾਡੇ ਕੁਐਸਚਨ ਦਾ, the court may presume having regard to all the others circumstances, ਹੋਰ ਸਰਕਮਸਟੈਂਸ ਨੂੰ ਦੇਖਦੇ ਹੋਏ ਕੋਰਟ presume ਕਰੇਗੀ of the case that such suicide had been abetted by her husband or by such relative of her husband। ਜੇ 7 ਸਾਲ ਦੇ ਅੰਦਰ ਕੋਈ ਲੜਕੀ ਸੁਸਾਈਡ ਕਰ ਲੈਂਦੀ ਹੈ ਤਾਂ ਯਾਨੀ ਕਿ ਇਹ ਦੋਸ਼ ਲੱਗ ਜਾਂਦਾ ਹੈ ਉਹਦੇ ਤੇ, ਚਾਰਜ ਲੱਗਦਾ ਹੈ ਵੀ ਉਸ ਨੂੰ ਸੁਸਾਈਡ ਕਰਨ ਦੇ ਲਈ ਮਤਲਬ ਕਿ ਮਜਬੂਰ ਕੀਤਾ ਗਿਆ ਹੈ ਲੜਕੇ ਵੱਲੋਂ ਜਾਂ ਲੜਕੇ ਦੇ ਕਿਸੇ ਫੈਮਿਲੀ ਮੈਂਬਰ ਵੱਲੋਂ, ਇਹ ਕੋਰਟ ਵੱਲੋਂ presume ਕਰ ਲਿਆ ਜਾਂਦਾ ਹੈਗਾ। ਜੇ 7 ਸਾਲ ਤੋਂ ਟੱਪਣ ਤੋਂ ਬਾਅਦ ਕੋਈ ਇਦਾਂ ਦੀ ਗੱਲ ਹੁੰਦੀ ਹੈ ਤਾਂ ਦੈਨ ਇਹ ਸੈਕਸ਼ਨ ਨਹੀਂ ਲੱਗਦਾ, ਇੱਕ ਸੈਕਸ਼ਨ 113 ਇਹ ਜਿਹੜਾ ਹੈਗਾ ਨਵਾਂ ਇਨਸਰਟ ਹੋਇਆ ਹੈਗਾ, ਮਤਲਬ ਕਿ ਇਹ ਕਿਹਾ ਜਾਂਦਾ ਇਹਦੇ ਵਿੱਚ ਵੀ ਇਹ ਕ੍ਰਿਊਲਟੀ ਕਮਿਟ ਕੀਤੀ ਗਈ ਹੈ ਇਸ ਲੜਕੀ ਨੂੰ ਫਾਰ ਦਾ ਪਰਪਸ ਆਫ ਦਿਸ ਸੈਕਸ਼ਨ। ਕ੍ਰਿਊਲਟੀ ਸ਼ੈਲ ਹੈਵ ਦਾ ਸੇਮ ਮੀਨਿੰਗ ਐਜ਼ ਇਨ ਸੈਕਸ਼ਨ 498A 499 ਜਿਹੜਾ ਏ ਸੀਗਾ IPC ਦਾ, ਉਹਦੇ ਵਿੱਚ ਵੀ ਅਸੀਂ ਪੜ੍ਹਿਆ ਹੈਗਾ ਵੀ ਇਸ ਨੂੰ 7 ਸਾਲ ਦੇ ਅੰਦਰ ਦੇ ਕੋਈ ਲੜਕੀ ਮਤਲਬ ਕਿ ਸੁਸਾਈਡ ਕਰਦੀ ਹੈ ਦੈਨ ਜਿਹੜੇ ਪੇਰੈਂਟਸ ਨੇ ਉਹਦੇ ਇਨਲਾਜ਼ ਹੈਗੇ ਉਹਦੇ ਪਰ ਦੋਸ਼ ਲੱਗਦਾ ਹੈ। ਕੋਰਟ ਮੇ presume existence of certain facts। The court may presume the existence of any fact which it thinks likely to have happened regard certain reason। Next आया section chapter 7-8 estoppel। estoppel ਕੀ ਹੁੰਦਾ ਹੈ? estoppel when one person has by his declaration act or omission intentionally caused or permitted another person to believe a thing to be true and to act upon such belief, neither he nor his representative shall be allowed in any suit or proceeding between himself and such person or his representative to deny the truth of that thing। ਜਦੋਂ ਪਹਿਲਾਂ ਕੋਈ ਵਿਅਕਤੀ ਇਹ ਕਹਿੰਦਾ ਵੀ ਇਹ ਗੱਲ ਜਿਹੜੀ ਹੈਗੀ ਹੈ ਸਹੀ ਹੈਗੀ ਹੈ, ਠੀਕ ਹੈ, ਦੂਜੇ ਵਿਅਕਤੀ ਨੂੰ ਵਿਸ਼ਵਾਸ ਦਿਵਾਉਂਦਾ ਹੈ ਵੀ ਇਹ ਗੱਲ ਸਹੀ ਹੈ, ਕੋਈ ਵੀ ਫੈਕਟ ਹੈਗਾ ਉਸ ਨੂੰ ਸਹੀ ਸਾਬਤ ਕਰਦਾ ਹੈ ਪਹਿਲਾਂ, ਠੀਕ ਹੈ, ਬਾਅਦ ਦੇ ਵਿੱਚ ਆ ਕੇ ਫਿਰ ਉਸ ਨੂੰ ਡਿਨਾਈ ਨਹੀਂ ਕਰ ਸਕਦਾ, ਉਸ ਨੂੰ ਮੁੱਕਰ ਨਹੀਂ ਸਕਦਾ, ਯਾਨੀ ਕਿ ਆਪਣੀ ਹੀ ਕਹੀ ਹੋਈ ਗੱਲ ਨੂੰ ਦੁਬਾਰਾ ਆ ਕੇ ਉਸੇ ਪ੍ਰੋਸੀਡਿੰਗ ਦੇ ਵਿੱਚ ਫਿਰ ਆ ਕੇ ਕਹੇ ਵੀ ਮੈਂ ਤਾਂ ਇਹ ਗੱਲ ਵੈਸੀ ਝੂਠੀ ਕਹੀ ਸੀ, ਇਹ ਕਹੀ ਸੀ ਉਹ ਕਹੀ ਸੀ, ਨਹੀਂ ਮੰਨ, ਉਹ ਜਿਹਨੀ ਕਿ ਐਡਮਿਸੀਬਲ ਨਹੀਂ ਹੈਗੀ। ਜਿਵੇਂ ਐਗਜ਼ਾਮਪਲ ਦੇਖਦੇ ਹਾਂ ਇੱਕ, A intentionally and falsely leads B to believe that, ਇਹ ਪਹਿਲਾਂ ਜਾਣਬੁੱਝ ਕੇ, ਠੀਕ ਹੈ, ਗਲਤ ਤਰੀਕੇ ਦੇ ਨਾਲ with malevolent intention leads B to believe that certain land belongs to A। ਪਹਿਲਾਂ ਤਾਂ ਉਹ ਕਹਿੰਦਾ ਇਹ ਜ਼ਮੀਨ ਮੇਰੀ ਹੈ, ਝੂਠ ਬੋਲ ਕੇ ਕਹਿੰਦਾ ਵੀ ਮੇਰੀ ਜ਼ਮੀਨ ਹੈਗੀ ਹੈ, B ਨੂੰ ਕਹਿੰਦਾ and thereby induces B to buy and pay for it। B ਨੂੰ ਕਹਿੰਦਾ ਤੂੰ ਇਹ ਖਰੀਦ ਲੈ ਤੇ ਮੈਨੂੰ ਪੈਸੇ ਦੇ ਦੇ, ਠੀਕ ਹੈ, A intentionally ਝੂਠ ਬੋਲਦਾ ਹੈਗਾ falsely। The land afterwards become the property of A। ਬਾਅਦ ਵਿੱਚ ਜਿਹੜੀ ਇਹ ਪ੍ਰੋਪਰਟੀ ਆ ਉਹ A ਦੀ ਬਣ ਜਾਂਦੀ ਹੈ ਕਿਸੇ ਕਾਰਨ,
ਚਾਹੇ ਉਹ ਖਰੀਦ ਲੈਂਦਾ, ਚਾਹੇ ਉਹਨੂੰ ਇਨਹੈਰੀਟੈਂਸ 'ਚ ਆ ਜਾਂਦੀ ਹੈ। ਐਂਡ A seeks to set aside the sale on the ground that at the time of the sale he had no title. He must not be allowed to prove his want of title. ਬਾਅਦ ਵਿੱਚ ਉਹ ਸਾਬਤ ਕਰਨਾ ਚਾਹੁੰਦਾ ਹੈ, ਪਹਿਲਾਂ ਐਗਰੀਮੈਂਟ ਕਰ ਲੈਂਦਾ ਵੀ ਇਹਦੇ ਨਾਲ, ਇਹ ਝੂਠ ਬੋਲ ਕੇ ਵੀ ਮੈਂ ਪ੍ਰਾਪਰਟੀ ਦਾ ਮਾਲਕ ਹਾਂ ਤੇ ਐਗਰੀਮੈਂਟ ਕਰ ਲੈਂਦਾ ਹੈ। ਬਾਅਦ ਦੇ ਵਿੱਚ ਜਦੋਂ ਪ੍ਰਾਪਰਟੀ ਦਾ ਮਾਲਕ ਉਸ ਵੇਲੇ ਤਾਂ ਨਹੀਂ ਹੁੰਦਾ, ਬਾਅਦ ਚੋਂ ਕਿਸੇ ਕਾਰਨ ਪ੍ਰਾਪਰਟੀ ਦਾ ਮਾਲਕ ਬਣ ਜਾਂਦਾ, ਕਿਸੇ ਵੀ ਤਰੀਕੇ ਦੇ ਰਾਹੀਂ ਪ੍ਰਾਪਰਟੀ ਦਾ ਮਾਲਕ ਬਣ ਜਾਂਦਾ ਹੈ, ਜੋ ਫਿਰ ਇਹ ਸਾਬਤ ਕਰਨਾ ਚਾਹੁੰਦਾ ਵੀ ਇਹ ਜਿਹੜਾ ਮੇਰਾ ਐਗਰੀਮੈਂਟ ਹੈ ਇਹ ਵॉइड ਐਗਰੀਮੈਂਟ ਹੈ। ਠੀਕ ਹੈ, ਆਪ ਸਾਬਤ ਕਰ ਦਿੰਦਾ ਮੈਂ ਪ੍ਰਾਪਰਟੀ ਦਾ ਮਾਲਕ ਤਾਂ ਹੁਣ ਬਣਿਆ, ਜਿਹੜਾ ਮੇਰਾ ਐਗਰੀਮੈਂਟ ਕੀਤਾ ਗਿਆ ਸੀ ਮੈਂ ਤਾਂ ਪਹਿਲਾਂ ਕੀਤਾ ਸੀ, ਇਸ ਲਈ ਜਿਹੜਾ ਮੇਰਾ ਕੀਤਾ ਗਿਆ ਜਿਹੜਾ ਐਗਰੀਮੈਂਟ ਹੈ ਉਹ ਵॉइड ਹੈਗਾ। ਦੈਨ ਇਟ ਇਜ਼ ਨਾਟ ਐਡਮਿਸਿਬਲ, ਤੇ ਜਿਹੜੀ ਇਹ ਐਵੀਡੈਂਸ ਹੈ ਜਿਹੜੀ ਤੋਂ ਨਹੀਂ ਲਈ ਜਾਏਗੀ। ਠੀਕ ਹੈ, ਇੱਕ ਵਾਰੀ ਆਪ ਹੀ ਝੂਠ ਬੋਲ ਕੇ ਕੋਈ ਗੱਲ ਕਹਿਣੀ ਤੇ ਬਾਅਦ ਵਿੱਚ ਉਹ ਕਹਿਣੀ ਮੈਂ ਤਾਂ ਉਸ ਵੇਲੇ ਝੂਠ ਬੋਲੀ ਸੀਗੀ, ਪਹਿਲਾਂ ਸੱਚ ਸਾਬਤ ਕਰਨੀ ਤੇ ਬਾਅਦ ਵਿੱਚ ਝੂਠ ਸਾਬਤ ਕਰਨੀ, ਉਹ ਵਿਅਕਤੀ ਦੋ ਗੱਲਾਂ ਨਹੀਂ ਕਰ ਸਕਦਾ। ਹਾਂ, ਵੀ not be allowed to prove his want of title, ਇਹ ਉਹਦੀ ਤੋਂ ਹੀ ਮਸਟ ਨਾਟ ਬੀ ਅਲਾਉਡ, ਉਹਨੂੰ ਅਲਾਉ ਨਹੀਂ ਕੀਤਾ ਜਾਵੇਗਾ ਵੀ ਤੂੰ ਇਹ ਸਾਬਤ ਕਰ ਵੀ ਹਾਂ ਠੀਕ ਹੈ ਮੈਂ ਉਸ ਵੇਲੇ ਮਾਲਕ ਨਹੀਂ ਸੀਗਾ। ਯਾਨੀ ਕਿ ਇਹ ਅਸਟੋਪਲ ਲੱਗ ਜਾਂਦਾ ਉਹਦੇ ਉੱਪਰ, ਆਪਣੀ ਹੀ ਗੱਲ ਨੂੰ ਪਹਿਲਾਂ ਸੱਚ ਕਹਿ ਕੇ ਤੇ ਬਾਅਦ ਆਪਣੀ ਹੀ ਗੱਲ ਨੂੰ ਝੂਠ ਕਹਿਣਾ, ਚੀਜ਼ ਅਸਟੋਪਲ ਬਹੁਤ ਇੰਪੋਰਟੈਂਟ ਸੈਕਸ਼ਨ ਹੈਗੀ ਹੈ। ਆਮ ਤੌਰ ਤੇ ਪੇਪਰ 'ਚ ਆਉਂਦੀ ਰਹਿੰਦੀ ਹੈ ਕੁਐਸਚਨ ਇਹ। ਅਸਟੋਪਲ ਆਫ ਦਾ ਟੈਨੈਂਟ ਐਂਡ ਆਫ ਲਾਇਸੈਂਸੀ ਆਫ ਪਰਸਨ ਇਨ ਪੋਜੈਸ਼ਨ, ਜੇ ਕੋਈ ਵਿਅਕਤੀ ਪਹਿਲਾਂ ਕੋਈ ਜ਼ਮੀਨ ਐਜ਼ ਏ ਟੈਨੈਂਟ ਹੈ, ਕਿਸੇ ਲੈਂਡਲੋਰਡ ਦਾ ਟੈਨੈਂਟ ਹੈ ਬਣਿਆ ਹੋਇਆ ਹੈ, ਠੀਕ ਹੈ, ਕੋਈ ਲਾਇਸੈਂਸ ਲਿਆ ਹੋਇਆ ਕਿਸੇ ਪਰਸਨ ਤੋਂ, ਜ਼ਮੀਨ ਕਬਜ਼ੇ ਦੇ ਵਿੱਚ ਹੈਗੀ ਹੈ, ਬਾਅਦ ਵਿੱਚ ਕਹਿੰਦਾ ਉਹੀ ਟੈਨੈਂਟ ਵੀ ਨਹੀਂ ਤਾਂ ਮਾਲਕ ਹੀ ਨਹੀਂ ਹੈਗਾ ਜੀ, ਜੇ ਮਾਲਕ ਨਹੀਂ ਹੈਗਾ ਫਿਰ ਤੂੰ ਟੈਨੈਂਟ ਕਿਵੇਂ ਬਣ ਗਿਆ। ਠੀਕ ਹੈ, ਇਹਦਾ ਮਤਲਬ ਇਹ ਹੈਗਾ ਵੀ ਜੇ ਟੈਨੈਂਸੀ ਕਿਸੇ ਨੇ ਲਈ ਸੀ, ਕਿਸੇ ਓਨਰ ਤੋਂ ਲੈਂਡਲੋਰਡ ਤੋਂ ਹੀ ਟੈਨੈਂਸੀ ਲਈ ਸੀ, ਬਾਅਦ 'ਚ ਆ ਕੇ ਕਿਸੇ ਪ੍ਰੋਸੀਡਿੰਗ ਦੇ ਵਿੱਚ ਆ ਕੇ ਕੋਈ ਵਿਅਕਤੀ ਟੈਨੈਂਟ ਹੀ ਕਹਿੰਦਾ ਵੀ ਤਾਂ ਲੈਂਡਲੋਰਡ ਨਹੀਂ ਹੈਗਾ, ਦੈਨ ਇਟ ਇਜ਼ ਨਾਟ ਐਡਮਿਸਿਬਲ। ਵੇਰੇ ਸਟੋਪਲ ਜਿਹੜੀ ਸੈਕਸ਼ਨ 115 ਲੱਗ ਜਾਂਦੀ ਉਹਦੇ ਤੇ ਵੀ ਉਹ ਹੁਣ ਇਹ ਗੱਲ ਕਹਿ ਸਕਦਾ। ਸਟੋਪਲ ਆਫ ਅਸੈਪਟਰ ਆਫ ਬਿਲ ਆਫ ਐਕਸਚੇਂਜ, ਬੇਲੀ ਔਰ ਲਾਇਸੈਂਸੀ, ਇਹ ਸਾਰੀਆਂ ਉਹੀ ਗੱਲਾਂ ਹੈਗੀਆਂ ਨੇ ਜਦੋਂ ਕੋਈ ਵਿਅਕਤੀ ਕਿਸੇ ਨਾਲ ਕੋਈ ਐਗਰੀਮੈਂਟ ਕਰਦਾ, ਉਸ ਵੇਲੇ ਜਦੋਂ ਕਰਦਾ ਹੈ, ਠੀਕ ਹੈ, ਉਦੋਂ ਤਾਂ ਉਹ ਮੰਨਦਾ ਵੀ ਹਾਂ ਇਹ ਠੀਕ ਸੀਗਾ, ਬਾਅਦ 'ਚ ਉਹ ਕਹਿੰਦਾ ਵੀ ਨਹੀਂ, ਤਾਂ ਇਹਦੇ ਉੱਤੇ ਜਿਹੜੀ ਸਟੋਪਲ ਦੀ ਸੈਕਸ਼ਨ ਲੱਗ ਜਾਂਦੀ ਹੈ। ਨੈਕਸਟ ਆ ਗਿਆ ਜੀ ਵਿਟਨੈਸਸ ਦੀ ਗੱਲ ਆ ਗਈ। ਵਿਟਨੈਸ ਚੈਪਟਰ ਨੰਬਰ 9, ਵਿਟਨੈਸਸ ਜਿਹੜੇ ਹੁੰਦੇ ਨੇ, ਗਵਾਹ ਹੁੰਦੇ ਨੇ, ਉਹਦੀ ਗੱਲ ਕੀਤੀ ਹੈ। ਹੂ ਅੰਡਰਸਟੈਂਡ ਐਜ਼ ਪਰ ਕੋਰਟ, ਹੂ ਮੇ ਟੈਸਟੀਫਾਈ, ਵਿਟਨੈਸ ਕੌਣ ਹੋ ਸਕਦਾ ਹੈ, ਹੂ ਮੇ ਟੈਸਟੀਫਾਈ ਦਾ ਵੀ ਜਿਹੜਾ ਗਵਾਹ ਹੈਗਾ ਉਹ ਕੌਣ ਹੋ ਸਕਦਾ ਹੈ। ਆਲ ਦਾ ਪਰਸਨ ਸ਼ੈਲ ਬੀ ਕੰਪੀਟੈਂਟ ਟੂ ਟੈਸਟੀਫਾਈ ਅਨਲੈਸ the court considers that they are prevented from the understanding। ਜੇਕਰ ਕੋਰਟ ਕਹੇ ਵੀ ਹਾਂ ਨਹੀਂ ਇਹ ਵਿਅਕਤੀ ਦਾ ਜੀ ਲੂਨੈਟਿਕ ਹੈ, ਇਹ ਅੰਡਰ ਏਜ ਹੈਗੀ ਹੈ, ਜਾਂ ਕੋਈ ਦੂਜੀ ਪਾਰਟੀ ਕਹੇ ਵੀ ਅੰਡਰ ਏਜ ਹੈ, ਲੂਨੈਟਿਕ ਹੈ, ਜਾਂ ਕੰਪੀਟੈਂਟ ਨਹੀਂ ਕਿਸੇ ਵੀ ਕਾਰਨ, ਠੀਕ ਹੈ, ਜਾਂ ਕਿਸੇ ਨੂੰ ਕੋਈ ਮੈਂਟਲ ਡਿਜ਼ੀਜ਼ ਹੈਗੀ ਹੈ, ਓਲਡ ਏਜ ਹੈਗਾ, ਗਵਾਹੀ ਸੁਣਨ ਦੇ ਕਾਬਲ ਨਹੀਂ ਹੈਗਾ, ਕੁਐਸਚਨ ਸੁਣਨ ਦੇ ਕਾਬਲ ਨਹੀਂ ਹੈਗਾ, ਆਨਸਰ ਦੇਣ ਦੇ ਕਾਬਲ ਨਹੀਂ ਹੈਗਾ, ਇਹਨਾਂ ਗੱਲਾਂ ਨੂੰ ਛੱਡ ਕੇ ਬਾਕੀ ਜਿਹੜੇ ਸਾਰੇ ਪਰਸਨਸ ਜਿਹੜੇ ਹੁੰਦੇ ਨੇ, ਠੀਕ ਹੈ, ਉਹ ਜਿਹੜੇ ਹੈਗੇ ਨੇ ਵਿਟਨੈਸ ਹੋ ਸਕਦੇ ਹੈ। ਡਮ ਵਿਟਨੈਸ ਸੈਕਸ਼ਨ 119 ਕੀ ਹੈ? ਡਮ ਵਿਟਨੈਸ, ਇਹ ਵਿਟਨੈਸ ਹੂ ਇਜ਼ ਅਨਏਬਲ ਟੂ ਸਪੀਕ, ਜਿਹੜਾ ਵਿਅਕਤੀ ਸਪੀਕ ਨਹੀਂ ਕਰ ਸਕਦਾ ਪਰ ਵਿਟਨੈਸ ਤਾਂ ਹੈਗਾ, may give his evidence in any other manner in which he can make it intelligible as by writing or by signs। ਠੀਕ ਹੈ ਜੀ, ਡਮ ਵਿਟਨੈਸ ਆਪਦੀ ਰਾਈਟਿੰਗ ਕਰਕੇ ਲਿਖ ਕੇ ਤੇ ਸਾਈਨਾਂ ਦੇ ਰਾਹੀਂ ਸਮਝਾ ਕੇ, ਜਿਹੜਾ ਬੋਲ ਨਹੀਂ ਸਕਦਾ ਸਾਈਨਾਂ ਦੇ ਰਾਹੀਂ ਜਿਹੜਾ ਸਮਝਾ ਕੇ ਹੈਗੀ ਆਪਦੀ ਜਿਹੜੀ ਗਵਾਹੀ ਹੈ ਉਹ ਦੇ ਸਕਦਾ ਹੈ। ਨੈਕਸਟ ਸੈਕਸ਼ਨ ਇਜ਼ 120 ਪਾਰਟੀਜ਼ ਟੂ ਸਿਵਲ ਸੂਟ ਐਂਡ देयर ਵਾਈਫਸ ਔਰ ਹਸਬੈਂਡ ਔਰ ਵਾਈਫ ਔਰ ਪਰਸਨ ਅੰਡਰ ਕ੍ਰਿਮੀਨਲ ਟ੍ਰਾਇਲ। ਇੱਥੇ ਕਿਹਾ ਗਿਆ ਵੀ ਸਿਵਲ ਸੂਟ ਦੇ ਵਿੱਚ ਵਾਈਫ ਹੈ, ਹਸਬੈਂਡ ਹੈ, ਕੋਈ ਮੁਕੱਦਮਾ ਚੱਲਦਾ ਹੈ, ਉਹ ਐਜ਼ ਏ ਗਵਾਹ ਪੇਸ਼ ਕੀਤਾ ਜਾ ਸਕਦਾ ਇੱਕ ਦੂਜੇ ਨੂੰ। ਠੀਕ ਹੈ, ਜੇ ਵਾਈਫ ਦਾ ਮੁਕੱਦਮਾ ਚੱਲਦਾ ਹੈ ਤਾਂ ਆਪਦੇ ਹਸਬੈਂਡ ਨੂੰ ਵੀ ਵਿਟਨੈਸ ਬਣਾਇਆ ਜਾ ਸਕਦਾ ਹੈ, ਹਸਬੈਂਡ ਦਾ ਮੁਕੱਦਮਾ ਚੱਲਦਾ ਹੈ ਵਾਈਫ ਨੂੰ ਵੀ ਵਿਟਨੈਸ ਬਣਾਇਆ ਜਾ ਸਕਦਾ ਹੈ। ਹਸਬੈਂਡ ਔਰ ਵਾਈਫ ਔਰ ਪਰਸਨ ਅੰਡਰ ਕ੍ਰਿਮੀਨਲ ਟ੍ਰਾਇਲ, ਜੇ ਕੋਈ ਕ੍ਰਿਮੀਨਲ ਟ੍ਰਾਇਲ ਚੱਲਦਾ ਹੈਗਾ ਉਹਦੇ ਵਿੱਚ ਵੀ ਹਸਬੈਂਡ ਵਾਈਫ ਨੂੰ ਵਿਟਨੈਸ ਹੋ ਸਕਦੇ ਹੈਗੇ ਆ। ਜੱਜਸ ਐਂਡ ਮੈਜਿਸਟ੍ਰੇਟ ਕੀ ਉਹ ਗਵਾਹ ਹੋ ਸਕਦੇ ਨੇ ਕਿਸੇ ਕੇਸ ਦੇ ਵਿੱਚ? ਇਹ ਕਿਹਾ ਗਿਆ ਵੀ ਨੋ ਜੱਜ ਔਰ ਮੈਜਿਸਟ੍ਰੇਟ ਸ਼ੈਲ ਬੀ except on the special order। ਜੇ ਕੋਈ ਸਪੈਸ਼ਲ ਆਰਡਰ ਕਰਦਾ ਕਿਸੇ ਕੋਰਟ ਵੱਲੋਂ, ਸੀਨੀਅਰ ਕੋਰਟ ਵੱਲੋਂ ਸਪੈਸ਼ਲ ਆਰਡਰ ਕੀਤਾ ਜਾਂਦਾ ਗੱਲ ਵੱਖਰੀ ਹੈ, ਅਦਰਵਾਈਜ਼ ਜਿਹੜੇ ਜੱਜ ਤੇ ਮੈਜਿਸਟ੍ਰੇਟ ਹੈਗੇ ਨੇ
ਇਹ ਗਵਾਹ ਦੇ ਤੌਰ ਤੇ ਇਹਨਾਂ ਦੀ ਗਵਾਹੀ ਨਹੀਂ ਲਈ ਜਾ ਸਕਦੀ। ਇਹ ਛੋਟੇ ਛੋਟੇ ਕੁਐਸਚਨ ਨੇ ਜਿਹੜੇ ਕਿ ਮਤਲਬ ਕਿ ਪ੍ਰੋਸੀਜਰ ਦੇ ਵਿੱਚ ਕੰਮ ਆਉਂਦੇ ਆ, ਐਵੀਡੈਂਸ ਦੇਣ ਵੇਲੇ ਕੰਮ ਆਉਂਦੇ ਵੀ ਇਹਦੀ ਗਵਾਹੀ ਹੋ ਸਕਦਾ ਹੈ ਨਹੀਂ ਹੋ ਸਕਦੀ। ਕਮਿਊਨੀਕੇਸ਼ਨ ਡਿਊਰਿੰਗ ਦਾ ਮੈਰਿਜ, ਜੇ ਮੈਰਿਜ ਦੇ ਦੌਰਾਨ ਹਸਬੈਂਡ ਵਾਈਫ ਦੀ ਜਦੋਂ ਮੈਰਿਜ ਹੋਈ ਹੈ, ਮੈਰਿਜ ਦੇ ਦੌਰਾਨ ਕੋਈ ਇੱਕ ਦੂਜੇ ਨੂੰ ਕੋਈ ਕੌਨਫੀਡੈਂਸ਼ੀਅਲ ਗੱਲ ਕੋਈ ਕਮਿਊਨੀਕੇਟ ਕੀਤਾ ਜਾਂਦਾ ਹੈ ਹਸਬੈਂਡ ਵੱਲੋਂ ਜਾਂ ਵਾਈਫ ਵੱਲੋਂ, ਠੀਕ ਹੈ, ਤਾਂ ਇਹ ਜਿਹੜੀ ਕਮਿਊਨੀਕੇਸ਼ਨ ਹੈਗੀ ਹੈ ਇਹ ਡਿਸਕਲੋਜ਼ ਕਰਨ ਦੇ ਲਈ ਕੋਈ ਬਾਉਂਡ ਨਹੀਂ ਹੈਗਾ। ਜਿਹੜਾ ਸਪਾਊਸ ਹੈਗਾ, ਠੀਕ ਹੈ, ਉਹ ਬਾਉਂਡ ਨਹੀਂ ਹੈਗਾ ਵੀ ਕੀ ਕਮਿਊਨੀਕੇਸ਼ਨ ਹੋਈ ਸੀਗੀ, ਡਿਸਕਲੋਜ਼ ਕਰਨ ਦੇ ਲਈ ਬਾਉਂਡ ਨਹੀਂ ਹੈਗਾ। ਐਵੀਡੈਂਸ ਐਜ਼ ਟੂ ਦਾ ਅਫੇਅਰਸ ਆਫ ਦਾ ਸਟੇਟ, ਜੇ ਕੋਈ ਸਟੇਟ ਦੇ ਅਫੇਅਰਸ ਦੀ ਗੱਲ ਚੱਲ ਰਹੀ ਹੈ ਤਾਂ ਉਹ ਹੈਗਾ ਵੀ ਕਿਹੜੇ ਤੁਸੀਂ ਐਵੀਡੈਂਸ ਦੇ ਸਕਦੇ ਹੋ, ਕਿਹੜੇ ਨਹੀਂ ਦੇ ਸਕਦੇ। ਸਰਕਾਰ ਦੇ ਲੈਵਲ ਤੇ ਕੋਈ ਗੱਲ ਪੁੱਛੀ ਆ ਜੇ ਕਿਸੇ ਗਵਾਹ ਤੋਂ, no one shall be permitted to give any evidence derived from the unpublished official records। ਕੋਈ ਡਾਕੂਮੈਂਟ ਹੈ, ਕੋਈ ਅਨऑफिशियल ਕੋਈ ਰਿਕਾਰਡ ਹੈਗਾ ਅਜੇ ਪਬਲਿਸ਼ ਨਹੀਂ ਹੋਇਆ ਹੈਗਾ, ਠੀਕ ਹੈ, ਉਹਦੇ ਬਾਰੇ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਜਾਂ ਹੋਰ ਨੂੰ ਨਹੀਂ ਪੁੱਛਿਆ ਜਾ ਸਕਦਾ ਗਵਾਹੀ ਦੇ ਵਿੱਚ। Official communication, no public officer shall be compelled, ਕਿਸੇ ਪਬਲਿਕ ਅਫਸਰ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ to disclose the communication made to him in the official confidence। ਕੋਈ official confidence ਦੀ ਕੋਈ ਗੱਲ ਹੈਗੀ ਹੈ, ਠੀਕ ਹੈ, ਉਹਨੂੰ ਮਤਲਬ ਕਿ ਕੰਪੈਲ ਨਹੀਂ ਕਰਿਆ ਜਾ ਸਕਦਾ ਦੂਜੇ ਵਕੀਲ ਵੱਲੋਂ ਵੀ ਤੂੰ ਦੱਸ ਇਹ ਕੀ ਗੱਲ ਹੋਈ ਸੀਗੀ। when he considers that the public interest would suffer by the disclosure, ਜਦੋਂ ਪਤਾ ਲੱਗਦਾ ਹੈ, ਜਦੋਂ ਸਮਝਦਾ ਇਸ ਗੱਲ ਨੂੰ ਵੀ ਪਬਲਿਕ ਜਿਹੜਾ ਹੈਗਾ ਇੰਟਰਸਟ ਹੈ ਇਹ ਡਿਸਕਲੋਜ਼ ਹੋਏਗਾ, ਇਸ ਕਰਕੇ ਉਸ ਨੂੰ ਕੰਪੈਲ ਨਹੀਂ ਕਰਿਆ ਜਾ ਸਕਦਾ। 125 ਦੇ ਵਿੱਚ ਕਿਹਾ ਗਿਆ ਇਨਫੋਰਮੇਸ਼ਨ ਐਜ਼ ਟੂ ਦਾ commission of offense, no magistrate or police officer shall be compelled to say whence he got the information। ਕਿਸੇ ਪੁਲਿਸ ਅਫਸਰ ਨੂੰ, ਕਿਸੇ ਮੈਜਿਸਟਰੇਟ ਨੂੰ ਕੋਈ ਇਨਫੋਰਮੇਸ਼ਨ ਕਿਸੇ ਪਾਸੋਂ ਮਿਲਦੀ ਹੈ, ਕਿਸੇ ਬੰਦੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੈ ਕਿਸੇ ਅਫੈਂਸ ਦੇ ਸੰਬੰਧ 'ਚ, ਨਹੀਂ ਪੁੱਛਿਆ ਜਾ ਸਕਦਾ ਵੀ ਕਦੋਂ ਦਿੱਤੀ ਹੈ, ਕਦੋਂ ਕਿਹਨੇ ਦਿੱਤੀ ਹੈ, ਉਸ ਨੂੰ ਇੱਦਾਂ ਦਾ ਕੁਐਸਚਨ ਨਹੀਂ ਕੀਤਾ ਜਾ ਸਕਦਾ। ਪ੍ਰੋਫੈਸ਼ਨਲ ਕਮਿਊਨੀਕੇਸ਼ਨ, ਕੋਈ ਵਕੀਲ ਹੈ, ਕੋਈ ਅਟਾਰਨੀ ਹੈ, ਕੋਈ ਪਲੀਡਰ ਹੈ, ਠੀਕ ਹੈ, ਉਹਨਾਂ ਦਾ ਜਿਹੜਾ ਆਪਦੇ ਕਲਾਇੰਟ ਦੇ ਨਾਲ ਕੋਈ ਜਿਹੜਾ ਹੈਗਾ ਆਪਸੀ ਕੌਨਫੀਡੈਂਸ ਹੁੰਦਾ ਹੈ, ਠੀਕ ਹੈ, ਕਿ ਇੱਦਾਂ ਦੀ ਜਿਹੜੀ ਕਿਸੇ ਰਜਿਸਟਰ ਤੋਂ, ਕਿਸੇ ਵਕੀਲ ਤੋਂ ਕੋਈ ਇੱਦਾਂ ਦੀ ਕੋਈ ਜੇ ਉਹਦੇ ਆਪਦੇ ਕਲਾਇੰਟ ਦੇ ਨਾਲ ਕੋਈ ਕਮਿਊਨੀਕੇਸ਼ਨ ਹੋਈ ਹੈਗੀ ਹੈ, ਉਹਦੇ ਬਾਰੇ ਵੀ ਉਸ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ, ਨਹੀਂ ਪੁੱਛਿਆ ਜਾ ਸਕਦਾ ਐਵੀਡੈਂਸ ਦੇ ਵਿੱਚ, ਜੇ ਵਕੀਲ ਦੀ ਆਪਦੀ ਹੀ ਕੋਈ ਐਵੀਡੈਂਸ ਹੋ ਰਹੀ ਹੈ। ਐਦਾਂ ਸੈਕਸ਼ਨ 127 ਕਿਹਾ ਗਿਆ, ਸੈਕਸ਼ਨ ਇੰਟਰਪ੍ਰੈਟਰਸ ਐਟਸੈਟਰਾ ਦਾ ਪ੍ਰੋਵੀਜ਼ਨਸ ਸੈਕਸ਼ਨ 126 ਸ਼ੈਲ ਅਪਲਾਈ ਟੂ ਦਾ ਇੰਟਰਪ੍ਰੈਟਰਸ। ਕੋਈ ਇੰਟਰਪ੍ਰੈਟ ਕਰਦਾ ਹੈ ਕੋਈ, ਐਂਡ ਦਾ ਕਲਰਕਸ ਔਰ ਸਰਵੈਂਟਸ, ਬੈਰਿਸਟਰਸ, ਬਰੀਡਰਸ, ਇਹ ਸਾਰੇ ਜਿਹੜੇ ਵਿਅਕਤੀ ਹੈਗੇ ਇਹਨਾਂ ਤੋਂ ਕੋਈ ਜਿਹੜੀ ਕਮਿਊਨੀਕੇਸ਼ਨ ਆਪਸ 'ਚ ਹੋਈ ਹੁੰਦੀ ਹੈ ਕਲਾਇੰਟ ਦੇ ਨਾਲ, ਉਹਦੇ ਸੰਬੰਧ ਵਿੱਚ ਨਹੀਂ ਪੁੱਛਿਆ ਜਾ ਸਕਦਾ। ਪ੍ਰੋਡਕਸ਼ਨ ਆਫ ਟਾਈਟਲ ਡੀਡਸ ਆਫ ਦਾ ਵਿਟਨੈਸ ਨਾਟ ਏ ਪਾਰਟੀ, ਜੇ ਕੋਈ ਵਿਟਨੈਸ ਹੈਗਾ, ਠੀਕ ਹੈ, ਉਹ ਪਾਰਟੀ ਦਾਅਵੇ ਵਿੱਚ ਪਾਰਟੀ ਨਹੀਂ ਹੈਗਾ ਤੇ ਕੋਈ ਗਵਾਹ ਪੇਸ਼ ਹੋ ਰਿਹਾ, ਉਹਦੀਆਂ ਆਪਦੀਆਂ ਪਰਸਨਲ ਟਾਈਟਲ ਡੀਡਸ ਜਿਹੜੀਆਂ ਹੈਗੀਆਂ ਨੇ ਉਹਦੇ ਬਾਰੇ ਵਿੱਚ ਜਿਹੜਾ ਹੈਗਾ ਨਹੀਂ ਪੁੱਛਿਆ ਜਾ ਸਕਦਾ। ਨੋ ਟਾਈਟਲ ਡੀਡਸ ਬਾਈ ਦਾ ਵਿਟਨੈਸ, ਉਹ ਤੋਂ ਨਹੀਂ ਮੰਗੀਆਂ ਜਾ ਸਕਦੀਆਂ, ਉਹਦੇ ਪਰਸਨਲ ਡਾਕੂਮੈਂਟ ਦੀ ਮੰਗ ਨਹੀਂ ਕੀਤੀ ਜਾ ਸਕਦੀ। ਜੇ ਕੰਸਰਨਡ ਉਸ ਕੇਸ ਦੇ ਨਾਲ ਸੰਬੰਧਿਤ ਕੋਈ ਡਾਕੂਮੈਂਟ ਹੈਗਾ ਗੱਲ ਵੱਖਰੀ ਹੈ, ਪਰ ਉਹਦੇ ਪਰਸਨਲ ਡਾਕੂਮੈਂਟਾਂ ਦੀ ਡਿਮਾਂਡ ਨਹੀਂ ਕੀਤੀ ਜਾਂਦੀ। ਨੋ ਵਿਟਨੈਸ who is not a party to a suit shall be compelled to produce his title deeds to any property। Then production of the documents which another person having possession would refuse to produce। ਜੇ ਕੋਈ ਵਿਅਕਤੀ ਹੈਗਾ ਕਿ ਉਹਦੇ ਕਬਜ਼ੇ 'ਚ ਕੋਈ ਡਾਕੂਮੈਂਟ ਹੈਗੇ ਨੇ, ਠੀਕ ਹੈ, production of document which another person having possession would refuse to produce। No one shall be compelled to produce document। ਜੇ ਉਹਦੇ ਆਪਦੇ ਕਬਜ਼ੇ 'ਚ ਨਹੀਂ ਡਾਕੂਮੈਂਟ ਹੈਗੇ, ਕਿਸੇ ਹੋਰ ਦੇ ਕਬਜ਼ੇ 'ਚ ਡਾਕੂਮੈਂਟ ਹੈਗੇ ਨੇ, ਤਾਂ ਉਹਨੂੰ ਪ੍ਰੋਡਿਊਸ ਕਰਨ ਦੇ ਲਈ ਨਹੀਂ ਕਿਹਾ ਜਾ ਸਕਦਾ। 132 'ਚ ਕਿਹਾ ਗਿਆ ਵਿਟਨੈਸ not excused from answering on the ground that answer will criminate। ਜੋ ਕਿ ਜਿਹੜਾ ਵਿਟਨੈਸ ਹੈਗਾ ਉਹਦੇ ਤੋਂ ਕੋਈ ਇੱਦਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਜਿਹਦੇ ਨਾਲ ਉਸ ਨੂੰ ਉਹਦੇ ਅਗੇਂਸਟ ਜਿਹੜੀ ਪ੍ਰੋਸੀਕਿਊਸ਼ਨ ਕੀਤੀ ਜਾ ਸਕਦੀ ਹੈ, ਕ੍ਰਿਮੀਨਲ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਇੱਦਾਂ ਦਾ ਜਿਹੜਾ ਵਿਟਨੈਸ ਹੈਗਾ ਉਹ ਕੋਈ ਬਹਾਨਾ ਮਾਰ ਕੇ ਇੱਦਾਂ ਦੀ ਜਿਹੜੀ ਆਨਸਰ ਦੇਣ ਤੋਂ ਮਤਲਬ ਕਿ ਮਨਾ ਨਹੀਂ ਕਰ ਸਕਦਾ ਵੀ ਜੇ ਮੈਂ ਇਸ ਕੁਐਸਚਨ ਦਾ ਆਨਸਰ ਦੇਵਾਂਗਾ ਤਾਂ ਮੇਰੇ ਖਿਲਾਫ ਕ੍ਰਿਮੀਨਲ ਕਾਰਵਾਈ ਹੋ ਸਕਦੀ ਹੈ। ਤਾਂ ਇਹ ਜਿਹੜਾ ਹੈਗਾ ਜਿਹੜਾ ਵਿਟਨੈਸ ਹੈ ਕੋਈ ਐਕਸਕਿਊਜ਼ ਨਹੀਂ ਬਣਾ ਸਕਦਾ, ਬਹਾਨਾ ਨਹੀਂ ਬਣਾ ਸਕਦਾ।
accomplice ਸਾਥੀ 133 an accomplice shall be a competent witness against an accused person and a conviction is not illegal। ਜੇ ਕੋਈ ਵਿਅਕਤੀ ਹੈ ਉਹਦਾ ਸਾਥੀ ਇੱਕ ਬੰਦਾ ਪਕੜਿਆ ਗਿਆ ਉਹਨੇ ਉਹਦੇ ਤੇ ਦੋਸ਼ ਜਿਹੜਾ ਲੱਗਣਾ ਸੀ ਉਹ ਸਾਬਤ ਹੋ ਜਾਂਦਾ ਹੈ ਤਾਂ ਇਜ਼ ਨਾਟ ਇਲੀਗਲ। ਜੇ ਕਨਵਿਕਸ਼ਨ ਹੈ ਉਹ ਇਲੀਗਲ ਨਹੀਂ ਮੰਨੀ ਜਾਏਗੀ ਜੇ ਦੂਜੇ ਨੂੰ ਵੀ ਕਨਵਿਕਸ਼ਨ ਉਹਦੇ ਨਾਲ ਹੀ ਹੁੰਦੀ ਹੈ ਮੀਅਰਲੀ ਬਿਕਾਜ਼ ਇਟ ਪ੍ਰੋਸੀਡਸ ਅਪਨ ਦਾ ਅਨਕੋਰੋਬੋਰੇਟਡ ਟੈਸਟੀਮਨੀ ਆਫ ਐਨ accomplice। ਨੰਬਰ ਆਫ ਵਿਟਨੈਸ ਦੀ ਗੱਲ ਕੀਤੀ ਗਈ ਕਿੰਨੇ ਨੰਬਰ ਵਿਟਨੈਸ ਹੋ ਸਕਦੇ ਨੇ ਕਿਸੇ ਕੇਸ ਦੇ ਵਿੱਚ ਇਹ ਕੋਈ ਗਿਣਤੀ ਨਹੀਂ ਹੈਗੀ ਕੋਈ ਪਾਰਟਿਕੂਲਰ ਨਹੀਂ ਹੈਗਾ ਵੀ 2 ਵਿਟਨੈਸ ਹੋਣਗੇ 4 ਵਿਟਨੈਸ ਹੋਣਗੇ 5 ਵਿਟਨੈਸ ਹੋਣਗੇ 10 ਵਿਟਨੈਸ ਹੋਣਗੇ ਠੀਕ ਹੈ ਇਦਾਂ ਦੀ ਕੋਈ ਉਹ ਕੁਐਸਚਨ ਮਾਰਕ ਨਹੀਂ ਹੈਗਾ। no particular number of the witness shall in any case be required for the proof of any fact। कोई जरूरी है भी 2 विटनेस जरूरी है या 4 विटनेस जरूरी है। नेक्स्ट है चैप्टर 10 of the examination of the witness, order of the production and examination of the witness। examination ਕਿਵੇਂ ਭੁਗਤਾਏ ਜਾਂਦੇ ਨੇ ਜਿਹੜੇ ਵਿਟਨੈਸ ਨੇ ਇਹ ਜਨਰਲੀ ਕੀ ਹੁੰਦਾ ਹੈ ਜਿਹੜੇ ਵਿਟਨੈਸ ਦੀ ਗਵਾਹਾਂ ਦੀ ਗਵਾਹੀ ਕਿਵੇਂ ਹੁੰਦੀ ਹੈ ਠੀਕ ਹੈ। ਪਹਿਲਾਂ ਪਲੇਂਟਿਵ ਪਾਰਟੀ ਨੂੰ ਮੌਕਾ ਦਿੱਤਾ ਜਾਂਦਾ ਹੈ ਉਹ ਆਪਦੇ ਸਾਰੇ ਗਵਾਹ ਭੁਗਤਾਉਂਦੀ ਹੈ ਆਪਦੇ ਗਵਾਹ ਭੁਗਤਾਉਣ ਵੇਲੇ ਜਿਹੜੀ ਐਗਜ਼ਾਮੀਨੇਸ਼ਨ ਇਨ ਚੀਫ ਹੁੰਦੀ ਹੈ ਠੀਕ ਹੈ। ਜਿਹੜਾ ਦੂਜੀ ਪਾਰਟੀ ਦਾ ਵਕੀਲ ਹੁੰਦਾ ਉਹ ਕ੍ਰਾਸ ਕਰਦਾ ਉਸ ਵਿਅਕਤੀ ਨੂੰ ਕ੍ਰਾਸ ਕਰਨ ਦੇ ਨਾਲ ਉਸ ਤੋਂ ਬਾਅਦ ਜੇਕਰ ਜਿਹੜੀ ਪਾਰਟੀ ਹੈਗੀ ਹੈ ਰੀ ਐਗਜ਼ਾਮੀਨੇਸ਼ਨ ਵੀ ਕਰ ਸਕਦੀ ਹੈ ਉਸ ਵਿਟਨੈਸ ਦੀ ਜਿਹੜੀ ਪਾਰਟੀ ਨੇ ਵਿਟਨੈਸ ਨੂੰ ਬੁਲਾਇਆ ਹੈ ਹੁੰਦਾ ਹੈ ਠੀਕ ਹੈ। ਇਹ ਪ੍ਰੋਸੈਸ ਚੱਲਦਾ ਹੈ ਵਿਟਨੈਸ ਦਾ ਜਦੋਂ ਇੱਕ ਪਾਰਟੀ ਦੇ ਜਿਹੜੇ ਵਿਟਨੈਸ ਨੇ ਪੂਰੇ ਹੋ ਜਾਂਦੇ ਨੇ ਪਲੈਂਟਿਵ ਦੇ ਜਿਹੜੇ ਵਿਟਨੈਸ ਹੈ ਪੂਰੇ ਹੋ ਗਏ ਸਿਵਲ ਕੇਸ ਦੇ ਵਿੱਚ ਪਲੈਂਟਿਵ ਤੇ ਡਿਫੈਂਡੈਂਟ ਦੀ ਗੱਲ ਕੀਤੀ ਜਾਂਦੀ ਹੈ ਤੇ ਜਿਹੜੇ ਕ੍ਰਿਮੀਨਲ ਕੇਸਿਸ ਨੇ ਉੱਥੇ ਜਿਹੜੀ ਪ੍ਰੋਸੀਕਿਊਸ਼ਨ ਗਵਾਹ ਪੇਸ਼ ਕਰਦੀ ਹੈ ਪਹਿਲਾਂ ਆਪਣੇ ਠੀਕ ਹੈ ਫਿਰ ਜਿਹੜੀ ਹੈਗੀ ਹੈ ਜਿਹੜਾ ਅਕਿਊਜ਼ਡ ਹੁੰਦਾ ਹੈ ਫਿਰ ਉਹ ਆਪਣੇ ਗਵਾਹ ਪੇਸ਼ ਕਰਦਾ ਹੈਗਾ ਤੇ ਜਦੋਂ ਜਦੋਂ ਪਲੈਂਟਿਵ ਦੇ ਗਵਾਹ ਪੂਰੇ ਹੋ ਜਾਂਦੇ ਆ ਫਿਰ ਡਿਫੈਂਡੈਂਟ ਗਵਾਹ ਆਪਦੇ ਪੇਸ਼ ਕਰਦਾ ਹੈ। ਇਹ ਹੈਗਾ ਐਗਜ਼ਾਮੀਨੇਸ਼ਨ ਚੀਫ ਕ੍ਰਾਸ ਐਗਜ਼ਾਮੀਨੇਸ਼ਨ ਤੇ ਰੀ ਐਗਜ਼ਾਮੀਨੇਸ਼ਨ ਪਹਿਲਾਂ ਗਵਾਹੀ ਲਈ ਜਾਂਦੀ ਹੈ ਉਹਨੂੰ ਐਗਜ਼ਾਮੀਨੇਸ਼ਨ ਚੀਫ ਕਹਿੰਦੇ ਆ ਫਿਰ ਦੂਜਾ ਵਕੀਲ ਲੈਂਦਾ ਉਹਨੂੰ ਕੁਐਸਚਨ ਪੁੱਟ ਕਰਦਾ ਕ੍ਰਾਸ ਐਗਜ਼ਾਮੀਨੇਸ਼ਨ ਹੁੰਦੀ ਹੈ ਫਿਰ ਪਹਿਲਾ ਪਾਰਟੀ ਜਿਹੜੀ ਗਵਾਹ ਬੁਲਾਇਆ ਹੁੰਦਾ ਹੈ ਜੇ ਉਹ ਕੋਈ ਕੁਐਸਚਨ ਕਰਦੇ ਤਾਂ ਉਹਨੂੰ ਰੀ ਐਗਜ਼ਾਮੀਨੇਸ਼ਨ ਕਹਿੰਦੇ ਆ। ਸੈਕਸ਼ਨ 141 ਚ ਲੀਡਿੰਗ ਕੁਐਸਚਨ ਦੀ ਗੱਲ ਕੀਤੀ ਗਈ ਹੈ ਐਨੀ ਕੁਐਸਚਨ ਸੁਜੈਸਟਿੰਗ ਦਾ ਆਨਸਰ ਜਿਹੜੇ ਕੋਈ ਵਕੀਲ ਵੱਲੋਂ ਕੁਐਸਚਨ ਪੁੱਛੇ ਜਾਂਦੇ ਨੇ ਜਿਹਦੇ ਜਿਹੜਾ ਆਨਸਰ ਹੈ ਉਹ ਸੁਜੈਸਟ ਹੋ ਜਾਂਦਾ ਹੈ ਉਹਦੇ ਵਿੱਚ ਹੀ ਕੁਐਸਚਨ ਦੇ ਵਿੱਚ ਹੀ ਵਿਚ ਦਾ ਪਰਸਨ ਪੁਟਿੰਗ ਇਟ ਵਿਸ਼ਸ ਔਰ ਐਕਸਪੈਕਟਸ ਟੂ ਰਿਸੀਵ ਇਜ਼ ਕਾਲਡ ਦਾ ਲੀਡਿੰਗ ਕੁਐਸਚਨ। ਉਹਨਾਂ ਜਿਹੜੇ ਕੁਐਸਚਨ ਨੂੰ ਅਸੀਂ ਲੀਡਿੰਗ ਕੁਐਸਚਨ ਕਹਿੰਦੇ ਹਾਂ ਜਿੱਥੇ ਜਿਹੜਾ ਆਨਸਰ ਹੈ ਵਕੀਲ ਵੱਲੋਂ ਆਪ ਹੀ ਸੁਜੈਸਟ ਕਰ ਦਿੱਤਾ ਜਾਂਦਾ ਹੈ। when they must not be asked ਜਿਹੜੇ ਲੀਡਿੰਗ ਕੁਐਸਚਨ ਨੇ ਕਦੋਂ ਨਹੀਂ ਪੁੱਛੇ ਜਾ ਸਕਦੇ ਲੀਡਿੰਗ ਕੁਐਸਚਨ ਕਦੋਂ ਪੁੱਛੇ ਜਾ ਸਕਦੇ ਨੇ ਤੇ ਕਦੋਂ ਨਹੀਂ ਪੁੱਛੇ ਜਾ ਸਕਦੇ। ਲੀਡਿੰਗ ਕੁਐਸਚਨ ਜਿਹੜੇ ਪੁੱਛੇ ਜਾ ਸਕਦੇ ਸਿਰਫ ਐਗਜ਼ਾਮੀਨੇਸ਼ਨ ਚੀਫ ਚ ਪੁੱਛੇ ਜਾ ਸਕਦੇ ਨੇ ਜਾਂ ਫਿਰ ਰੀ ਐਗਜ਼ਾਮੀਨੇਸ਼ਨ ਪੁੱਛੇ ਜਾ ਸਕਦੇ ਨੇ ਯਾਨੀ ਕਿ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜੇ ਹੈਗਾ ਲੀਡਿੰਗ ਕੁਐਸਚਨ ਨਹੀਂ ਪੁੱਛੇ ਜਾ ਸਕਦੇ। 143 ਚ ਕਿਹਾ ਗਿਆ when they may be asked leading questions may be asked in leading questions may be asked in cross examination। ਐਗਜ਼ਾਮੀਨੇਸ਼ਨ ਚੀਫ ਦੇ ਵਿੱਚ ਤੇ ਰੀ ਐਗਜ਼ਾਮੀਨੇਸ਼ਨ ਚ ਇਹ ਨਹੀਂ ਪੁੱਛੇ ਜਾ ਸਕਦੇ ਕ੍ਰਾਸ ਐਗਜ਼ਾਮੀਨੇਸ਼ਨ ਪੁੱਛੇ ਜਾ ਸਕਦੇ ਨੇ ਲੀਡਿੰਗ ਕੁਐਸਚਨਸ। वन 146 इंपॉर्टेंट सेक्शन है क्वेश्चंस लॉफुल इन क्रॉस एग्जामिनेशन। क्रॉस एग्जामिनेशन ਜਿਹੜੇ ਕੁਐਸਚਨ ਨੇ ਕਿਹੜੇ ਕੁਐਸਚਨ ਲਾਫੁਲ ਹੁੰਦੇ ਆ ਠੀਕ ਹੈ। ਇੱਕ ਤਾਂ ਇਹ ਕੁਐਸਚਨ ਹੋ ਗਏ ਜਿਹੜੇ ਐਗਜ਼ਾਮੀਨੇਸ਼ਨ ਚੀਫ ਚ ਆਏ ਜਿਹੜੇ ਵੀ ਫੈਕਟ ਆਏ ਚੀਫ ਦੇ ਵਿੱਚ ਉਸੇ ਕੁਐਸਚਨ ਨੂੰ ਉਸੇ ਮਤਲਬ ਕਿ ਕੁਐਸਚਨ ਨੂੰ ਲੈ ਕੇ ਜਿਹੜੇ ਕੁਐਸਚਨ ਬਣ ਜਾਂਦੇ ਆ ਕਿ ਉਹਦੀ ਐਗਜ਼ਾਮੀਨੇਸ਼ਨ ਚੀਫ ਤੋਂ ਜਿਹੜੇ ਕੁਐਸਚਨ ਬਣਦੇ ਆ ਉਹ ਤਾਂ ਕ੍ਰਾਸ ਐਗਜ਼ਾਮੀਨੇਸ਼ਨ ਪੁੱਛੇ ਜਾਂਦੇ ਆ ਠੀਕ ਹੈ। ਉਸ ਤੋਂ ਇਲਾਵਾ ਟੂ ਟੈਸਟ ਹਿਸ ਵੈਰਿਟੀ ਇਦਾਂ ਦੇ ਕੁਐਸਚਨ ਵੀ ਪੁੱਛੇ ਜਾ ਸਕਦੇ ਨੇ ਜਿੱਥੇ ਉਸ ਵਿਅਕਤੀ ਦੀ ਜਿਹੜੀ ਆਪਸ ਵਿੱਚ ਵੀ ਕਿੰਨਾ ਸੱਚ ਬੋਲਣ ਵਾਲਾ ਬੰਦਾ ਹੈ ਕਿੰਨਾ ਝੂਠ ਬੋਲਣ ਵਾਲਾ ਬੰਦਾ ਹੈ ਠੀਕ ਹੈ। ਇਦਾਂ ਦੇ ਕੁਐਸਚਨ ਵੀ ਉਹਨੂੰ ਪੁੱਛੇ ਜਾ ਸਕਦੇ ਨੇ ਕ੍ਰਾਸ ਐਗਜ਼ਾਮੀਨੇਸ਼ਨ ਦੇ ਵਿੱਚ। ਟੂ ਡਿਸਕਵਰ ਹੂ ਇਜ਼ ਐਂਡ ਵਾਟ ਇਜ਼ ਹਿਸ ਪੋਜੀਸ਼ਨ ਇਨ ਲਾਈਫ ਉਸ ਵਿਅਕਤੀ ਦੀ ਜਿਹੜਾ ਐਗਜ਼ਾਮੀਨੇਸ਼ਨ ਦੇ ਜਿਹੜਾ ਗਵਾਹੀ ਦੇ ਰਿਹਾ ਹੈ ਵੀ ਉਹਦੀ ਲਾਈਫ ਦੇ ਵਿੱਚ ਇਹੋ ਜਿਹੀ ਪੋਜੀਸ਼ਨ ਹੈ ਆਪਣੀ ਵੀ ਵਿਅਕਤੀ ਕਿਹੋ ਜਿਹਾ ਹੈਗਾ ਇਹ ਆਦੀ ਤਾਂ ਨਹੀਂ ਝੂਠ ਬੋਲਣ ਦਾ ਜਾਂ ਗਵਾਹੀਆਂ ਦੇਣ ਦਾ ਆਦੀ ਤਾਂ ਨਹੀਂ ਹੈਗਾ ਵੀ ਪੈਸੇ ਲੈ ਕੇ ਗਵਾਹੀਆਂ ਦਿੰਦਾ ਹੋਵੇ
ठीक है, ये गल साबित करने भी तो क्वेश्चन पूछे जा सकते हैं। टू शेक हिज क्रेडिट बाय इंजरिंग हिज कैरेक्टर, although the answer to such questions might tend directly or indirectly to criminate him, or might expose or tend directly or indirectly to expose him to a penalty or forfeiture। ਇਦਾਂ ਦੇ ਕੁਐਸਚਨ ਵੀ ਪੁੱਛੇ ਜਾ ਸਕਦੇ ਨੇ ਜਿਸ ਤੋਂ ਉਹ ਸਾਬਤ ਹੁੰਦਾ ਵੀ ਇਹ ਜਿਹੜਾ ਵਿਅਕਤੀ ਹੈਗਾ ਕ੍ਰਿਮੀਨਲ ਹੈਗਾ, ਕ੍ਰਿਮੀਨਲ ਪਰਸਨ ਹੈਗਾ। यानी कि एक क्वेश्चन जो कोई क्रॉस एग्जामिनेशन पूछता है तो ये नहीं कहा जाता भी ये जो क्वेश्चन है रेलीवेंट नहीं है, ये केस ਨਾਲ ਸੰਬੰਧਿਤ नहीं है, पर ये स्पैशल दस्या गया है 146 ਦੇ ਵਿੱਚ ਵੀ ਕਿਸੇ ਵਿਅਕਤੀ ਦੀ ਸੱਚਾਈ ਸਾਬਤ ਕਰਨ ਦੇ ਲਈ, ਕਿਸੇ ਵਿਅਕਤੀ ਦਾ ਕਰੈਕਟਰ ਸਾਬਤ ਕਰਨ ਦੇ ਲਈ, ਠੀਕ ਹੈ, ਤੇ ਕਿਸੇ ਵਿਅਕਤੀ ਨੂੰ ਇਹ ਦੇਖਣ ਦੇ ਲਈ ਵੀ ਇਹ ਬੰਦਾ ਆਦੀ ਹੈ ਜਾਂ ਕਿਵੇਂ ਹੈ, ਇਹ ਪੈਸੇ ਲੈ ਕੇ ਗਵਾਹੀਆਂ ਦੇਣ ਵਾਲਾ ਬੰਦਾ ਹੈ, ਇਹ ਸਾਬਤ ਕਰਨ ਦੇ ਲਈ ਵੀ ਜਿਹੜੇ ਕੁਐਸਚਨ ਹੈਗੇ ਆ ਇਹ ਪੁੱਛੇ ਜਾ ਸਕਦੇ ਆ ਉਸ ਨੂੰ, ਬੇਸ਼ੱਕ ਇਹ ਜਿਹੜੇ ਕੁਐਸਚਨ ਨੇ ਕੇਸ ਦੇ ਨਾਲ ਰੈਲੀਵੈਂਟ ਹੋਣ ਚਾਹੇ ਨਾ ਹੋਣ। When witnesses to be compelled to answer, ਕਦੋਂ ਕੰਪੈਲ ਕੀਤਾ ਜਾ ਸਕਦਾ ਆਨਸਰ ਦੇਣ ਦੇ ਲਈ? If any such question relates to a matter relevant to the suit or proceeding, the provisions of section 132 shall apply thereto। ਜੇ ਕੋਈ ਕੁਐਸਚਨ ਹੈਗਾ ਤਾਂ ਰੈਲੀਵੈਂਟ ਹੈਗਾ ਕੁਐਸਚਨ ਦੇ ਉਹਦੇ ਸੂਟ ਦੇ ਨਾਲ, ਤਾਂ ਉਸ ਤੋਂ ਕੁਐਸਚਨ ਪੁੱਛੇ ਜਾ ਸਕਦੇ ਨੇ, ਉਹਨੂੰ ਕੰਪੈਲ ਕੀਤਾ ਜਾ ਸਕਦਾ ਹੈ। Court to decide when question shall be asked and when witnesses compelled to answer। ਕੋਰਟ ਨੇ ਡਿਸਾਈਡ ਕਰਨਾ ਹੁੰਦਾ ਹੈ ਜਦੋਂ ਇੱਕ ਕੁਐਸਚਨ ਕੀਤਾ ਜਾਂਦਾ ਕਿਸੇ ਵਕੀਲ ਵੱਲੋਂ ਤਾਂ ਦੂਜਾ ਵਕੀਲ ਕਹਿੰਦਾ ਵੀ ਇਹ ਕੁਐਸਚਨ ਰੈਲੀਵੈਂਟ ਨਹੀਂ ਹੈਗਾ, ਇਹ ਨਹੀਂ ਹੈਗਾ, ਠੀਕ ਹੈ, ਤਾਂ ਜਿਹੜੀ ਕੋਰਟ ਹੈ ਡਿਸਾਈਡ ਕਰਦੇ ਹੈ। ਕੋਰਟ ਟੂ ਡਿਸਾਈਡ ਵੈਨ ਕੁਐਸਚਨ ਸ਼ੈਲ ਬੀ ਆਸਕਡ ਐਂਡ ਵੈਨ ਵਿਟਨੈਸਸ ਕੰਪੈਲਡ ਟੂ ਆਨਸਰ, ਇਹ ਕੋਰਟ ਨੇ ਡਿਸਾਈਡ ਕਰਨਾ ਹੁੰਦਾ ਹੈ। ਕੁਐਸਚਨਸ ਨਾਟ ਟੂ ਬੀ ਆਸਕਡ ਵਿਦਆਊਟ ਰੀਜ਼ਨੇਬਲ ਗਰਾਊਂਡਸ, ਨਾਲ ਇਹੀ ਕਿਹਾ ਗਿਆ ਵੀ ਜਿਹੜੇ ਕੋਈ ਰੀਜ਼ਨੇਬਲ ਗਰਾਊਂਡ ਜੇ ਕੋਈ ਹੈਗੀ ਹੈ, ਨੋ ਸੱਚ क्वेश्चन हैज टू बी रेफर्ड। रीजनेबल ग्राउंड के क्वेश्चन ही पूछे जा सकते हैं ਜਿਹੜੇ ਉੱਪਰਲੀ ਆਪਾਂ ਗੱਲ ਕਰਕੇ ਹਟੇ 146 ਦੀ। ਉਸ ਤੋਂ ਇਲਾਵਾ ਜਿਹੜੇ ਕੇਸ ਨਾਲ ਸੰਬੰਧਿਤ ਕੁਐਸਚਨ ਹੈਗੇ ਆ ਰੀਜਨੇਬਲ ਗਰਾਊਂਡ ਜਿਹੜੀਆਂ ਹੈਗੀਆਂ ਨੇ ਉਹੀ ਕੁਐਸਚਨ ਪੁੱਛੇ ਜਾ ਸਕਦੇ ਆ। ਉਸ ਤੋਂ 4050 ਚ ਕਿਹਾ ਗਿਆ ਵੀ ਨੋ ਰੀਜਨੇਬਲ ਗਰਾਊਂਡ, ਜੇ ਕੋਈ ਰੀਜਨੇਬਲ ਗਰਾਊਂਡ ਨਹੀਂ ਹੈਗੀ ਤਾਂ ਕੁਐਸਚਨ ਨਹੀਂ ਪੁੱਛੇ ਜਾਂਦੇ। ਇੰਡੀਸੈਂਟ ਤੇ ਸਕੈਂਡਲਸ ਕੁਐਸਚਨ ਕੋਰਟ ਜਿਹੜੀ ਹੈਗੀ ਫਾਰਵਰਡ ਕਰ ਸਕਦੀ ਵੀ ਇਹ ਕੁਐਸਚਨ ਨਹੀਂ ਪੁੱਛਣੇ। ਕੁਐਸਚਨਸ ਇੰਟੈਂਡਡ ਟੂ ਇਨਸਲਟ ਔਰ annoy, the court shall forward। ਕੋਈ ਇਦਾਂ ਦੇ ਕੁਐਸਚਨ ਜਿਹੜੇ ਉਲਟੇ ਪੁਲਟੇ ਕੁਐਸਚਨ ਹੈਗੇ ਆ ਤਾਂ ਉਹ ਵੀ ਜਿਹੜੇ ਹੈਗੇ ਆ ਉਸ ਨੂੰ ਰੋਕਿਆ ਜਾ ਸਕਦਾ ਪੁੱਛਣ ਤੋਂ, ਫਾਰਵਰਡ ਕੀਤਾ ਜਾ ਸਕਦਾ ਹੈ। ਐਕਸਕਲੂਜਨ ਆਫ ਐਵੀਡੈਂਸ ਟੂ ਕੰਟਰਾਡਿਕਟ ਆਨਸਰਸ ਟੂ ਕੁਐਸਚਨਸ ਟੈਸਟਿੰਗ, ऐसी जी एविडेंस है उन्होंने एक्सक्लूड किया जा सकता है टू कंट्राडिक्ट आंसर्स टू क्वेश्चंस टेस्टिंग प्रेस्टीज। जे कोई किसी व्यक्ति की जे कोई हैगी है सच्चाई साबित करने के लिए कोई क्वेश्चन पूछे जाते हैं, ठीक है, और कंट्राडिक्ट करते हैं आंसर दे, चलो क्वेश्चंस बाय द पार्टी टू हिज ओन विटनेस। देखो ਜਿਹੜਾ ਕੋਈ ਪਾਰਟੀ ਆਪਣੇ ਗਵਾਹ ਨੂੰ ਬੁਲਾਉਂਦੀ ਹੈ ਪਹਿਲਾਂ ਉਹਦੀ ਜਿਹੜੀ ਐਗਜ਼ਾਮੀਨੇਸ਼ਨ ਚੀਫ ਹੁੰਦੀ ਹੈ, ਠੀਕ ਹੈ, ਫਿਰ ਦੂਜੀ ਪਾਰਟੀ ਕ੍ਰਾਸ ਐਗਜ਼ਾਮਿਨ ਕਰਦੀ ਹੈ। ਫਿਰ ਇੱਥੇ ਆ ਕੇ 154 ਚ ਕਿਹਾ ਹੈਗਾ ਵੀ ਜਿਹੜੀ ਪਾਰਟੀ ਨੇ ਬੁਲਾਇਆ ਹੈਗਾ ਉਹ ਦੁਬਾਰਾ ਕੁਐਸਚਨ ਵੀ ਕਰ ਸਕਦੀ ਹੈ ਉਸ ਪਾਰਟੀ ਨੂੰ, ਮਤਲਬ ਕਿ ਰੀ ਐਗਜ਼ਾਮੀਨੇਸ਼ਨ ਚੀਫ, ਕ੍ਰਾਸ ਐਗਜ਼ਾਮੀਨੇਸ਼ਨ ਤੇ ਰੀ ਐਗਜ਼ਾਮੀਨੇਸ਼ਨ। ਜਿਹੜੀ ਪਾਰਟੀ ਨੇ ਬੁਲਾਇਆ ਹੁੰਦਾ ਉਹ ਉਸ ਨੂੰ ਰੀ ਐਗਜ਼ਾਮਿਨ ਵੀ ਕਰ ਸਕਦੇ ਆ, ਆਪਦੇ ਵਿਟਨੈਸ ਨੂੰ ਆਪ ਵੀ ਕੁਐਸਚਨ ਕੀਤਾ ਜਾ ਸਕਦਾ ਹੈ। then ਆ ਗਿਆ 155 ਇੰਪੀਚਿੰਗ ਕ੍ਰੈਡਿਟ ਆਫ ਦਾ ਵਿਟਨੈਸ। ਇਹ ਅਕਸਰ ਹੁੰਦਾ ਹੈ ਹੌਸਟਾਈਲ, ਜਿਹਨੂੰ ਅਸੀਂ ਕਹਿੰਦੇ ਨੇ ਵੀ ਜਿਹੜਾ ਗਵਾਹ ਹੈਗਾ ਉਹਨੂੰ ਹੌਸਟਾਈਲ ਡਿਕਲੇਅਰ ਕਰ ਦਿੱਤਾ ਜਾਂਦਾ ਕਿਸੇ ਪੁਲਿਸ ਵੱਲੋਂ। ਜਿਵੇਂ ਕੋਈ ਕ੍ਰਿਮੀਨਲ ਕੇਸ ਚੱਲ ਰਿਹਾ ਹੈ, ਕ੍ਰਿਮੀਨਲ ਕੇਸ ਦੇ ਵਿੱਚ ਜਿਹੜਾ ਪਤਾ ਲੱਗ ਜਾਂਦਾ ਮਤਲਬ ਕਿ ਜਿਹੜਾ ਗਵਾਹ ਹੈਗਾ ਪਹਿਲਾਂ ਗਵਾਹ ਬਣਿਆ ਸੀਗਾ ਕਿਸੇ ਕੇਸ ਦੇ ਵਿੱਚ, ਬਾਅਦ ਦੇ ਵਿੱਚ ਉਹ ਪੈਸੇ ਪੂਸੇ ਲੈ ਕੇ ਮੁੱਕਰ ਗਿਆ, ਠੀਕ ਹੈ, ਜਦੋਂ ਕੋਰਟ ਦੇ ਵਿੱਚ ਉਹ ਗਵਾਹੀ ਦੇਣ ਲਈ ਜਾਂਦਾ ਹੈ ਤਾਂ ਉਹ ਪਹਿਲਾਂ ਉਹਨੇ ਹਲਫੇ ਬਿਆਨ ਦਿੱਤੇ ਹੁੰਦੇ ਨੇ, ਕੋਈ FIR ਲੌਜ ਕਰਾਈ ਹੁੰਦੀ ਹੈ ਤੇ ਉਹਦੇ ਬਿਆਨਾਂ ਦੇ ਬੇਸਿਸ ਤੇ ਕੋਈ FIR ਲੌਜ ਹੋਈ ਹੁੰਦੀ ਹੈ, ਉਦੋਂ ਉਹ ਗਵਾਹ ਬਣਿਆ ਹੁੰਦਾ ਹੈ। ਮੇਬੀ ਉਹ ਮੇਨ ਗਵਾਹ ਹੋਵੇ ਜਾਂ ਸ਼ੈਡੋ ਵਿਟਨੈਸ ਹੋਵੇ ਜਾਂ, ਠੀਕ ਹੈ, ਬਾਅਦ ਦੇ ਵਿੱਚ ਉਹ ਕੋਰਟ ਜਾ ਕੇ ਜਦੋਂ ਮੁੱਕਰਦਾ ਹੈ ਤਾਂ ਜਿਹੜੀ ਉਸਨੂੰ ਹੋਸਟਾਈਲ ਡਿਕਲੇਅਰ ਕੀਤਾ ਜਾ ਸਕਦਾ। ਇੰਪੀਚਿੰਗ ਉਹਦੀ ਜਿਹੜੀ ਗਵਾਹੀ ਹੈਗੀ ਹੈ ਇੰਪੀਚ ਕੀਤੀ ਜਾ ਸਕਦੀ ਹੈ, ਯਾਨੀ ਕਿ ਉਹਦੀ ਗਵਾਹੀ ਜਿਹੜੀ ਹੈਗੀ ਪੁਲਿਸ ਵੱਲੋਂ ਕਟਵਾਈ ਜਾ ਸਕਦੀ ਹੁੰਦੀ ਹੈ। ਇਹ ਸੈਕਸ਼ਨ 155 ਹੈਗਾ ਵੀ ਸਾਨੂੰ ਇਸ ਗਵਾਹ ਦੀ ਲੋੜ ਨਹੀਂ ਹੈਗੀ, ਅਸੀਂ ਇਹਦੀ ਗਵਾਹੀ ਨਹੀਂ ਕਰਵਾਉਣੀ ਹੈਗੀ। ਇਹ ਜਿਹੜਾ ਗਵਾਹ ਹੈ, ਯਾਨੀ ਕਿ ਇਹ ਕਹਿੰਦੀ ਵੀ ਇਹ ਗਵਾਹ ਹੈ ਜਿਹੜਾ ਵਿਕ ਚੁੱਕਿਆ,
ਇਹਨੇ ਪੈਸੇ ਲੈ ਦੂਜੀ ਪਾਰਟੀ ਤੋਂ ਉਸ 154 ਦੇ ਤਹਿਤ ਜਿਹੜੀ ਉਹਦੀ ਗਵਾਹੀ ਆ ਉਸ ਨੂੰ ਹੋਸਟਾਈਲ ਡਿਕਲੇਅਰ ਕਰ ਦਿੱਤਾ ਜਾਂਦਾ ਗਵਾਹ ਨੂੰ। ਅੱਗੇ ਚਲੋ। वन 162 खत्म हो गया। प्रोडक्शन ऑफ डॉक्यूमेंट है विटनेस समन टू प्रोड्यूस ए डॉक्यूमेंट शैल इफ इट इज इन पोजेशन किसी विटनेस के कब्जे 'ਚ ਕੋਈ ਡਾਕੂਮੈਂਟ ਹੈਗਾ ਕਿਸੇ ਕੇਸ ਨਾਲ ਸੰਬੰਧਿਤ ਹੈਗਾ ਤਾਂ ਉਸ ਨੂੰ ਪੇਸ਼ ਕਰਨ ਦੇ ਲਈ ਕਿਹਾ ਜਾ ਸਕਦਾ ਹੈ। ਇਸੇ ਤਰੀਕੇ गिविंग एज एविडेंस ऑफ डॉक्यूमेंट कॉल्ड फॉर पास करनी है। आगे 165 क्या है जजेस पावर टू पुट क्वेश्चंस और ऑर्डर प्रोडक्शन। जज की पावर हैगी जज अपने पद्धर से भी जी पार्टियां प्लेंटिफ ते डिफेंडेंट या प्रोसीक्यूशन या दूजा जो वकील ने क्वेश्चन कर सकते हैं पर जज को भी पावर है जज भी सैक्शन 165 के तहत जो क्वेश्चन कर सकता है किसी पार्टी को किसी गवाह को। पावर ऑफ जूरी और असेसर टू पुट क्वेश्चंस बस जी ये जो है बुक एविडेंस एक्ट है खत्म हो जाती है। ठीक है पेपर नंबर 6 फिनिश हो जाता है। तो कल असी स्टडी करांगे पेपर नंबर 5 का कुछ पार्ट जो साड़ा रहिंदा है। इसका कोई क्वेश्चन है जी कर सकते हैं। ये जी एविडेंस एक्ट है ये मेन सैक्शनस है ने वो है सैक्शन 17 18 19 20 तो सैक्शन 32 एडमिशनस सैक्शन 17 तो शुरू होंगे ने एडमिशनस वगैरह फिर सैक्शन 32 है कन्फेशनस। ठीक है जी ये इंपॉर्टेंट है। फिर बर्डन ऑफ प्रूफ लाइज किहड़े व्यक्ति से करता है। एक 4 का चैप्टर सी चार्ज। ठीक है जी ये कुछ जो इंपॉर्टेंट सैक्शनस है जो पेपर आने की संभावना रही है। एक बार दोबारा रिवाइज कर लीजिए कोई प्रॉब्लम है तो पूछ सकते हैं। ठीक है जी एनी क्वेश्चन। ओके देन क्लास इज ओवर थैंक यू वेरी मच।